ਨਾਨਕ ਦੇਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਹੋ ਨਾਨਕ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਕਰੋ ਪਿਆਰਿਓ। ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਵਿੱਚ ਸਾਨੂੰ ਕੋਈ ਖਾਸ ਜਿਹੜੀ ਗੱਲ ਆ ਉਹ ਯਾਦ ਕਰਾਉਣੀ ਚਾਹੁੰਦੇ ਆ ਕਿ ਜਿਹੜਾ ਮਨੁੱਖ ਹੈ ਮੇਰੇ ਵਰਗਾ ਇਹ ਨਾ ਭੁੱਲਿਆ ਹੋਇਆ ਤੇ ਮੈਨੂੰ ਨਹੀਂ ਪਤਾ ਕਿ ਮੇਰੀ ਜ਼ਿੰਦਗੀ ਮੇਰਾ ਟਾਈਮ ਇਸ ਵੇਲੇ ਜਿਹੜਾ ਹੈਗਾ ਉਹ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ, ਇਹ ਮੈਨੂੰ ਨਹੀਂ ਪਤਾ। ਫਿਰ ਗੁਰੂ ਸਾਹਿਬ ਇਹ ਯਾਦ ਕਰਾਉਂਦੇ ਨੇ ਕਿ ਹੇ ਮਨੁੱਖ ਦੇ ਦੇਖ ਤੂੰ ਸਿਆਣਾ ਬਣ ਤੇ ਇਹ ਜਿਹੜੀ ਤੇਰੀ ਲਾਈਫ ਆ, ਤੇਰੀ ਵਾਰੀ ਜਿਹੜੀ ਆ, ਤੇਰੀ ਟਰਨ ਆ ਜਾਂ ਤੇਰੀ ਇਨਿੰਗ ਆ, ਇਹ ਪਰਮਾਤਮਾ ਨੂੰ ਮਿਲਣ ਦੀ ਆ। ਤੇ ਜਦੋਂ ਤੇਰੀ ਵਾਰੀ ਖਤਮ ਹੋ ਗਈ, ਜਦੋਂ ਤੇਰੀ ਇਨਿੰਗ ਖਤਮ ਹੋ ਗਈ ਤੇ ਜੇ ਤੂੰ ਉਹ ਤੋਂ ਪਹਿਲਾਂ ਗੇਮ ਨਾ ਜਿੱਤੀ ਪਰਮਾਤਮਾ ਨੂੰ ਮਿਲਣ ਵਾਲੀ ਤੇ ਤੇਰਾ ਕੰਮ ਖਰਾਬ ਆ। ਤੇ ਤੂੰ ਸਿਆਣਾ ਬਣ ਤੇ ਤੂੰ ਇਸ ਜਿਹੜਾ ਜੀਵਨ ਮਕਸਦ ਆ ਇਹਨੂੰ ਸਮਝ, ਕਿਉਂਕਿ ਇਹ ਤੇਰੀ ਵਾਰੀ ਆ ਪਰਮਾਤਮਾ ਨੂੰ ਮਿਲਣ ਦੀ। ਇੱਥੋਂ ਸਿੱਧ ਹੁੰਦਾ ਕਿ ਮਨੁੱਖ ਨੇ ਇਸ ਸੰਸਾਰ ਵਿੱਚ ਚਲੇ ਜਾਣ ਤੋਂ ਪਹਿਲਾਂ ਇਹਦਾ ਇੱਕ ਅਲਟੀਮੇਟ ਗੋਲ ਆ, ਉਹ ਇਹ ਆ ਕਿ ਇਹਨੇ ਰੱਬ ਨੂੰ ਮਿਲਣਾ ਵਾ। ਤੇ ਗੁਰੂ ਸਾਹਿਬ ਕਹਿੰਦੇ ਦੇਖ ਤੈਨੂੰ ਕਿੰਨੀ ਸੋਹਣੀ ਪਰਮਾਤਮਾ ਨੇ ਦੇ ਦਿੱਤੀ ਆ ਭਾਈ ਪ੍ਰਾਪਤ, ਹੁਣ ਤੈਨੂੰ ਪ੍ਰਾਪਤ ਭਾਵ ਤੈਨੂੰ ਉਪਲਬਧ ਆ ਇਹ ਮਾਨੁਖ ਦੇਹੁਰੀ ਜਿਹੜੀ ਤੈਨੂੰ ਮਿਲੀ ਹੋਈ ਆ। ਸਾਰੇ ਕਾਇਨਾਤ ਵਿੱਚ ਜਿਹੜਾ ਮਨੁੱਖ ਆ ਇਹ ਬਹੁਤ ਫੰਕਸ਼ਨਲ ਆ, ਇਹਦੇ ਇਹ ਮਾਈਂਡ ਕਰਕੇ, ਇਹਦੀ ਬਾਡੀ ਸਟਰਕਚਰ ਕਰਕੇ ਤੇ ਇਹ ਬੜਾ ਉਪਲਬਧ ਤੇ ਸੋ ਮਚ ਫੰਕਸ਼ਨਲ। ਤੇ ਗੁਰੂ ਸਾਹਿਬ ਕਹਿੰਦੇ ਤੂੰ ਸਿਆਣਾ ਬਣ ਵੀ ਸਾਰੇ ਕਾਇਨਾਤ ਵਿੱਚੋਂ ਤੂੰ ਸਰਮੋਰ ਆ, ਤੈਨੂੰ ਇਹ ਟਾਈਮ ਪ੍ਰਾਪਤ ਹੋਇਆ ਵਾ, ਇਹ ਤੇਰਾ ਰੱਬ ਨੂੰ ਮਿਲਣ ਦਾ ਟਾਈਮ ਆ। ਗੁਰੂ ਸਾਹਿਬ ਕਹਿੰਦੇ ਵੀ ਦੇਖ ਵੀ ਅਵਰ ਕਾਜ ਤੇਰੇ ਕਿਤੇ ਨਾ ਕੰਮ, ਜਿਹੜੇ ਤੂੰ ਕੰਮ ਲੱਗਣ ਡਿਆ ਨਾ ਰੱਬ ਨੂੰ ਮਿਲਣ ਤੋਂ ਬਗੈਰ, ਉਹ ਤੇਰੇ ਕਿਤੇ ਕੰਮ ਨਹੀਂ ਆਉਣੇ। ਓਕੇ, ਜਦੋਂ ਆਪਾਂ ਧਨ ਦੌਲਤ ਕਮਾਉਂਦੇ ਆ, ਉਦਮ ਕਰਦੇ ਆ, ਉਪਜੀਵਕਾ ਵਾ, ਗੁਰੂ ਸਾਹਿਬ ਇਹਦੀ ਗੱਲ ਨਹੀਂ ਕਰਦੇ। ਪਰ ਕਈ ਜਦੋਂ ਮਨੁੱਖ ਦਾ ਮਨ ਫੈਂਟਸੀਆਂ ਦੇ ਵਿੱਚ ਰੁੱਝਾ ਰਹਿੰਦਾ ਵਾ, ਭੈੜੀਆਂ ਭੜੀਆਂ ਸੋਚਾਂ ਦੇ ਵਿੱਚ ਲੱਗਾ ਰਹਿੰਦਾ ਵਾ ਤੇ ਆਪਣਾ ਟਾਈਮ ਵੇਸਟ ਕਰਦਾ ਰਹਿੰਦਾ ਵਾ, ਤੇ ਗੁਰੂ ਸਾਹਿਬ ਕਹਿੰਦੇ ਤੇਰੇ ਕਿਤੇ ਕੰਮ ਨਹੀਂ ਆਉਣੇ।
ਨਾ ਤੇਰੇ ਸੰਸਾਰਿਕ ਕੰਮ ਆਉਣੇ ਆ ਤੇ ਨਾ ਤੇਰੇ ਅਧਿਆਤਮਿਕ ਤੌਰ ਤੇ ਕੰਮ ਆਉਣੇ ਆ। ਤੇ ਤੂੰ ਪਤਾ ਕੀ ਕਰ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਕ ਕੰਮ ਤੂੰ ਇਹ ਕਰ ਵੀ ਗੁਰੂ ਨੂੰ ਮਿਲ ਕੇ ਨਾ ਤੇ ਭਜ ਕੇਵਲ ਦਾ ਨਾਮ। ਮੈਂ ਸਮਝਦਾ ਵਾਂ ਵੀ ਇੱਥੇ ਸਿਮਰਨ ਦੀ ਗੱਲ ਨਹੀਂ, ਇੱਥੇ ਆ ਵੀ ਤੂੰ ਨਾ ਗੁਰਮਤ ਜਿਹੜੀ ਆ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਇਹਦੀ ਤੂੰ ਪੜ੍ਹਾਈ ਕਰ, ਇਹਨੂੰ ਤੂੰ ਪੜ੍ਹ, ਇਹਨੂੰ ਆਪਣੀ ਡਾਇਰੀ ਵਿੱਚ ਲਿਖ, ਇਹਨੂੰ ਜਪ ਕਰ, ਇਹਨੂੰ ਯਾਦ ਕਰ ਤੇ ਇਹਨੂੰ ਗਾਓ। ਜਦੋਂ ਤੂੰ ਇਹ ਚਾਰ ਚੀਜ਼ਾਂ ਕਰ ਲੇਗਾ ਨਾ, ਫੇਰ ਪਤਾ ਕੀ ਹੋਏਗਾ, ਫਿਰ ਤੈਨੂੰ ਰੱਬ ਮਿਲ ਜਾਏਗਾ। ਕਹਿੰਦੇ ਹਰ ਪੜ, ਹਰ ਲਿਖ, ਹਰ ਜਪ, ਹਰ ਗਾਓ, ਹਰ ਭਵਜਲ ਪਾਰ ਉਤਾਰੀ। ਇਹ ਪ੍ਰਮਾਤਮਾ ਤੈਨੂੰ ਨਾ ਤਰੇ ਜਾਣ ਵਾਲਾ ਸੰਸਾਰ ਸਮੁੰਦਰ ਜਿਹੜਾ ਉਹ ਤੈਨੂੰ ਧਾਰ ਦੇਗਾ। ਤੇ ਅਗਲੀ ਪੰਕਤੀ ਬੜੀ ਇੰਪੋਰਟੈਂਟ ਹੈ, ਕਹਿੰਦੇ ਮਨ ਬਚਨ ਰਿੱਧੇ ਤੇ ਆਏ। ਕਹਿੰਦੇ ਵੀ ਜੇ ਤੂੰ ਗੁਰੂ ਦੇ ਉਪਦੇਸ਼ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਵਸਾ ਲਏਗਾ ਤੇ ਫਿਰ ਕੀ ਹੋਇਆ, ਹਰ ਹੋਏ ਸੰਤੁਸ਼ਟ। ਫਿਰ ਤੇਰੇ ਤੇ ਜਿਹੜਾ ਰੱਬ ਹੈ ਨਾ ਉਹ ਸੰਤੁਸ਼ਟ ਹੋਏਗਾ ਤੇ ਇਹ ਪਣ ਹਰ ਨਾਮ ਮਰਾਰੀ। ਇਹ ਤਰੀਕਾ ਵਾ ਨਾਮ ਜਪਣ ਦਾ ਗੁਰਮਤ ਦੇ ਮੁਤਾਬਕ। ਇੱਕ ਤੇ ਬਾਣੀ ਖੁਦ ਆਪ ਪੜ੍ਹਨੀ ਹੈ ਤੇ ਪੜ੍ਹੀ ਹੋਈ ਬਾਣੀ ਨੂੰ ਲਿਖਣ ਦੀ ਕੋਸ਼ਿਸ਼ ਕਰਨੀ ਹੈ ਆਪਣੀ ਡਾਇਰੀਆਂ ਦੇ ਵਿੱਚ, ਤੇ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰੇ ਵਾਸਤੇ, ਮੈਂ ਆਪਣੇ ਆਪ ਨੂੰ ਕਹਿ ਰਿਹਾ ਵਾਂ, ਤੇ ਨਾਲ ਗਾਉਣੀ ਚਾਹੀਦੀ ਹੈ। ਜਦੋਂ ਮੈਂ ਇਹ ਚਾਰ ਚੀਜ਼ਾਂ ਕਰ ਲਵਾਂਗਾ ਤੇ ਪਾਤਸ਼ਾਹ ਵਾਲੇ ਪਾਸਿਓਂ ਆਟੋਮੇਸ਼ਨ ਦੇ ਰੂਪ ਵਿੱਚ ਉਹ ਇੱਕ ਚੀਜ਼ ਮੈਨੂੰ ਪ੍ਰਾਪਤ ਹੋਏਗੀ, ਹਰ ਪੜ, ਹਰ ਲਿਖ, ਹਰ ਜਪ, ਹਰ ਗਾਓ, ਹਰ ਭਵਜਲ ਪਾਰ ਉਤਾਰੀ। ਹਾਂਜੀ, ਇਹ ਚੀਜ਼ਾਂ ਜਿਹੜੀਆਂ ਮਨੁੱਖ ਨੂੰ ਪ੍ਰਾਪਤ ਹੋਣਗੀਆਂ। ਜਦੋਂ ਸਾਧ ਸੰਗਤ ਭਜ ਕੇਵਲ ਨਾਮ। ਫਿਰ ਗੁਰੂ ਸਾਹਿਬ ਕਹਿੰਦੇ ਹੋਰ ਤੂੰ ਹੀ ਕਰ। ਫਿਰ ਦੁਬਾਰਾ ਉਹੀ ਤਕੀਦ ਕਰਦੇ ਮਨੁੱਖ ਨੂੰ, ਮੇਰੇ ਵਰਗੇ ਨੂੰ, ਕਹਿੰਦੇ ਸਰੰਜਮ ਲਾਗ ਭਵਜਲ ਤਰਨ ਕੈ। ਕਹਿੰਦੇ ਤੂੰ ਇੱਕ ਕੰਮ ਕਰ ਵੀ ਇਹ ਨਾ ਤਰੇ ਜਾਣਾ ਸੰਸਾਰ ਸਮੁੰਦਰ ਹੈ ਨਾ, ਇਹਨੂੰ ਤਰਨ ਦੀ ਕੋਸ਼ਿਸ਼ ਕਰ। ਅੱਛਾ, ਇਹਦੀ ਗੱਲ ਆਪਾਂ ਹੁਣੇ ਕਰ ਰਹੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਵੇਖੀ ਇੱਕ ਗੱਲ ਇਹ ਆ ਕਿ ਜੇ ਸਾਧ ਸੰਗਤ ਭਾਵ ਗੁਰੂ ਦੀ ਸੰਗਤ, ਸਤਿਗੁਰੂ ਕਹਿੰਦੇ ਨੇ ਕਿ ਕਹਿੰਦੇ ਹਉ ਪੁੱਛੂ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁੱਤਰ ਤਰੀਏ ਰਾਮ। ਦੁੱਤਰ ਭਾਵ ਭਵਜਲ, ਕਿਹੜੇ ਤਰੀਕੇ ਨਾਲ ਤਰੀਏ, ਕਿਹੜਾ ਤਰੀਕਾ, ਕਿਹੜਾ ਸੰਜਮ। ਤੇ ਕਹਿੰਦੇ ਸਤਿਗੁਰ ਭਾਏ ਚਲੋ ਜੀਵਤਿਆਂ ਇਹ ਮਰੀਏ ਰਾਮ। ਜੇ ਤੂੰ ਸਾਧ ਸੰਗਤ ਵਿੱਚ, ਸਤਿਗੁਰ ਦੇ ਭਾਵ ਵਿੱਚ, ਪਿਆਰ ਵਿੱਚ ਜੇ ਤੂੰ ਆਪਣਾ ਜੀਵਨ ਜੀਵੇਂਗਾ, ਚੱਲੇਗਾ, ਗੁਰੂ ਦੇ ਮਾਰਗ ਤੇ ਚੱਲੇਗਾ, ਤੇ ਜੀਵਤਿਆਂ ਮਰੀਏ ਦਾ ਭਾਵ ਹੈ ਤੂੰ ਆਪਣੀ ਹਉਮੈ ਨੂੰ ਖਤਮ ਕਰ ਲਏਗਾ। ਜਦੋਂ ਤੂੰ ਆਪਣੀ ਮੈਂ ਮੇਰੀ ਮਾਰ ਲਵੇਂਗਾ ਤੇ ਫਿਰ ਤੇਰਾ ਇਦਾਂ ਹੋਏਗਾ ਜਿਸ ਤਰ੍ਹਾਂ ਤੂੰ ਜਿਉ ਤੇ ਰਿਹਾ ਵਾ, ਪਰ ਤੂੰ ਆਤਮਿਕ ਤੌਰ ਤੇ ਜਿਉ ਰਿਹਾ ਵਾ, ਸਰੀਰਕ ਤੌਰ ਤੇ ਤੂੰ ਮਰ ਗਿਆ ਵਾ। ਜਿੱਥੇ ਮੇਰੀ ਮੈਂ ਮਨੁੱਖ ਕਰਦਾ ਨਾ, ਤੇ ਉਹ ਫਿਰ ਜਿਹੜਾ ਮਨੁੱਖ ਨੂੰ ਤਾਂ ਹੀ ਪ੍ਰਾਪਤ ਹੋਏਗੀ। ਜੀਵਤਿਆਂ ਮਰੇ ਤਾਂ ਹੀ ਹੋਏਗਾ ਜਦੋਂ ਮਨੁੱਖ ਆਪਣੇ ਆਪ ਨੂੰ ਐਨਾਲਿਸਿਸ ਕਰੇਗਾ, ਆਪਣੇ ਆਪ ਨੂੰ ਸੈਲਫ ਰੀਅਲਾਈਜ਼ ਕਰੇਗਾ ਕਿ ਮੇਰੀ ਕੀ ਹੈਸੀਅਤ ਹੈ। ਮੇਰੀ ਹੈਸੀਅਤ ਇਹ ਆ ਕਿ ਮੈਂ ਇੱਕ ਕੁੜਿਆਰ ਹਾਂ, ਮੈਂ ਕੁੱਤਾ ਵਾਂ, ਕਮੀਨਾ ਵਾਂ, ਕਿ ਮੈਂ ਕਚਲ ਹਾਂ, ਮੈਂ ਕਠੋਰ ਹਾਂ, ਮੈਂ ਕੁਲੱਖਣਾ ਵਾਂ, ਮੈਂ ਬਲਸ਼ਣਾ ਵਾਂ, ਮੈਂ ਕਸੁੱਧਾ ਵਾਂ, ਮੈਂ ਕੁਬੁੱਧਾ ਵਾਂ। ਇਹ ਤੇ ਸਾਰੀਆਂ ਮੇਰੀਆਂ ਪ੍ਰਾਪਰਟੀਆਂ ਨੇ। ਜਦੋਂ ਮੈਂ ਆਪਣੇ ਆਪ ਨੂੰ ਰੀਅਲਾਈਜ਼ ਕਰ ਲਵਾਂ ਕਿ ਮੇਰੀ ਹੈਸੀਅਤ ਤੇ ਹਸਤੀ ਕੀ ਆ, ਤੇ ਫਿਰ ਮਨੁੱਖ ਜਾ ਕੇ ਜੀਵਤਿਆਂ ਮਰਿਆ ਹੁੰਦਾ ਵਾ। ਤੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਜੀਵਤਿਆਂ ਮਰਿਆ ਹੋ ਗਿਆ ਨਾ, ਤੇ ਫਿਰ ਤੂੰ ਭੌਜਲ ਤਰੀਏ ਹੋਏ। ਜੀਵਤਿਆਂ ਮਰੀਏ, ਭੌਜਲ ਤਰੀਏ ਤੇ ਗੁਰਮੁਖ ਨਾਮ ਸਮਾਵੇ। ਜਦੋਂ ਤੂੰ ਜੀਵਤ ਮਰਿਆ ਹੋ ਗਿਆ ਤੇ ਫਿਰ ਤੂੰ ਇਹ ਨਾ ਤਰੇ ਜਾਣ ਵਾਲਾ ਸੰਸਾਰ ਸਮੁੰਦਰ ਜਿਹੜਾ ਉਹ ਤਰ ਜਾਵੇਗਾ। ਤੇ ਹੋਰ ਕੀ ਹੋਵੇਗਾ, ਗੁਰੂ ਦੇ ਨਾਮ ਵਿੱਚ, ਗੁਰੂ ਦੇ ਸਨਮੁਖ ਹੋ ਕੇ ਗੁਰਬਾਣੀ ਦੇ ਵਿੱਚ ਤੂੰ ਸਮਾ ਜਾਵੇਂਗਾ। ਅੱਛਾ, ਤੇ ਸਤਿਗੁਰ ਭਾਏ ਚੱਲਣ ਦਾ ਕੀ ਕੀ ਲਾਭ ਆ। ਫਿਰ ਗੁਰੂ ਸਾਹਿਬ ਅਗਲੀ ਪੰਕਤੀ 'ਚ ਕਹਿੰਦੇ ਆ, ਪੂਰਾ ਪੁਰਖ ਪਾਇਆ ਵਡਭਾਗੀ। ਕਹਿੰਦੇ ਫਿਰ ਤੈਨੂੰ ਨਾ ਜਿਹੜਾ ਪੂਰਾ ਪੁਰਖ ਹੈ ਨਾ, ਰੱਬ ਪਰਮਾਤਮਾ, ਉਹ ਤੈਨੂੰ ਪ੍ਰਾਪਤ ਹੋ ਜਾਏਗਾ। ਤੇ ਰਾਮ ਨਾਮ ਲਿਵ ਲਾਵੇਂ, ਤੇਰੀ ਰਾਮ ਨਾਮ ਦੇ ਵਿੱਚ ਲਿਵ ਲੱਗ ਜਾਏਗੀ। ਜਿਹੜੀ ਗੱਲ ਮੈਂ ਕਰ ਰਿਹਾ ਵਾਂ ਕਿ ਸਰੰਜਮ ਲਾਗ ਕਿੱਦਾਂ ਕਰਨਾ ਵਾ,
ਤੇ ਗੁਰੂ ਸਾਹਿਬ ਕਹਿੰਦੇ ਫਿਰ ਹੋਰ ਕੀ ਹੋਏਗਾ ਜਦੋਂ ਤੂੰ ਸਤਿਗੁਰ ਭਾਏ ਚੱਲਿਆ, ਜਦੋਂ ਤੂੰ ਸਰੰਜਾਮ ਵਿੱਚ ਰਹਿਣਾ, ਸਰੰਜਾਮ ਸ਼ੁਰੂ ਕਰ ਦਿੱਤਾ ਭਵਜਲ ਤਰਨ ਕਾ, ਤੇ ਫਿਰ ਤੈਨੂੰ ਕੀ ਹੋਏਗਾ? ਫਿਰ ਮਤ ਪ੍ਰਗਾਸ ਭਈ ਮਨ ਮਾਨਿਆ। ਫਿਰ ਤੇਰੀ ਮਤ ਦੇ ਵਿੱਚ ਅਕਲ ਆ ਜਾਏਗੀ, ਤੇਰੀ ਵਿਵੇਕ ਬੁੱਧ ਆ ਜਾਏਗੀ, ਤੇ ਮਨ ਮਾਨਿਆ ਹੁਣ ਮਨ ਵੀ ਆਖੇ ਲੱਗਣ ਲੱਗ ਜਾਏਗਾ, ਤੇ ਰਾਮ ਨਾਮ ਵਡਿਆਈ, ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਜਾਏਗਾ। ਇਹ ਚੀਜ਼ਾਂ ਤਾਂ ਹੋਣਗੀਆਂ ਜੇ ਸਤਿਗੁਰ ਭਾਏ ਚੱਲੇ। ਹੁਣ ਦੇਖੋ ਜੇ ਮੈਨੂੰ ਰਾਮ ਨਾਮ ਵਡਿਆਈ ਨਹੀਂ ਆਉਂਦੀ, ਹਾਂਜੀ, ਇਹਦਾ ਹੋ ਸਕਦਾ ਕਿ ਮੈਂ ਸਤਿਗੁਰ ਦੇ ਭਾਵ ਵਿੱਚ ਨਹੀਂ ਚੱਲਿਆ। ਹਾਂਜੀ, ਜੇ ਮੇਰੀ ਮੱਤ ਵਿੱਚ ਪ੍ਰਕਾਸ਼ ਨਹੀਂ ਗਾ ਹੋਇਆ, ਜੇ ਮੇਰਾ ਮਨ ਨਹੀਂ ਮੰਨਣ ਲੱਗਾ, ਤੇ ਮੈਨੂੰ ਸਮਝਣਾ ਪਏਗਾ, ਹੋ ਸਕਦਾ ਕਿ ਮੈਂ ਗੁਰੂ ਦੀ ਗੱਲ ਨੂੰ, ਗੁਰੂ ਦੇ ਉਪਦੇਸ਼ ਨੂੰ ਨਹੀਂ ਅਪਣਾਇਆ ਹੋਇਆ। ਪਰ ਜੇ ਅਪਣਾਇਆ ਹੁੰਦਾ ਨਾ, ਤੇ ਇਹ ਗੱਲ ਜ਼ਰੂਰ ਆ ਕਿ ਮੱਤ ਵਿੱਚ ਵਿਵੇਕ ਬੁੱਧ ਵੀ ਹੋਣੀ ਸੀ, ਕਿ ਮਨ ਨੇ ਵੀ ਆਖੇ ਲੱਗਣਾ ਸੀ, ਤੇ ਹੋਰ ਕੀ ਹੋਣਾ ਸੀ? ਰਾਮ ਨਾਮ ਵਡਿਆਈ ਵੀ ਹੋਣਾ ਸੀ, ਤੇ ਨਾਲ ਹੋਰ ਕੀ ਹੋਣਾ ਸੀ? ਪੂਰਾ ਪੁਰਖ ਵੀ ਪ੍ਰਾਪਤ ਹੋਣਾ ਸੀ, ਤੇ ਮੇਰੇ ਵੱਡੇ ਭਾਗ ਵੀ ਹੋਣੇ ਸੀ, ਤੇ ਮੇਰੀ ਗੁਰਬਾਣੀ ਦੇ ਵਿੱਚ ਲਿਵ ਵੀ ਲੱਗਣੀ ਸੀ। ਇਹ ਸਾਰੀਆਂ ਚੀਜ਼ਾਂ ਨਹੀਂ ਲੱਗ ਸਕੀਆਂ ਕਿਉਂਕਿ ਮੈਂ ਸਤਿਗੁਰੂ ਭਾਏ ਨਹੀਂ ਚੱਲਿਆ। ਹਾਂਜੀ, ਗੁਰੂ ਸਾਹਿਬ ਕਹਿੰਦੇ ਵੀ ਹੋਰ ਤੈਨੂੰ ਕੀ ਪ੍ਰਾਪਤ ਹੋਏਗਾ ਜੇ ਤੂੰ ਗੁਰੂ ਦੇ ਆਖੀ ਸਰੰਜਾਮ ਲਾਗ ਤੂੰ ਕਰਦਾ ਰਿਹਾ, ਸਾਧ ਸੰਗਤ ਭਜ ਕੇਵਲ ਨਾਮ ਤੂੰ ਕਰਦਾ ਰਿਹਾ, ਤੇ ਫਿਰ ਕੀ ਹੋਇਆ? ਨਾਨਕ ਪ੍ਰਭ ਪਾਇਆ। ਜਿਤਨਾ ਹੈ ਨਾ, ਭਈ ਪ੍ਰਾਪਤ ਤੇਰੀ ਭਈ ਪ੍ਰਾਪਤ ਮਾਨਖ ਦੇਰੀਆ, ਗੋਬਿੰਦ ਕੀ ਮਿਲ ਗਈ ਤੇਰੀ ਵਰੀਆ। ਹੁਣ ਇਹ ਮੇਰੀ ਵਾਰੀ ਆ ਰੱਬ ਨੂੰ ਮਿਲਣ ਦੀ, ਤੇ ਮੈਨੂੰ ਕੋਈ ਨਾ ਕੋਈ ਤਰੀਕਾ, ਕੋਈ ਮੈਥਡ ਕੋਈ ਲੱਭਣਾ ਪਵੇਗਾ ਕਿ ਮੈਂ ਮਰਨ ਤੋਂ ਪਹਿਲਾਂ ਰੱਬ ਨੂੰ ਜ਼ਰੂਰ ਮਿਲਣਾ ਵਾ। ਇਸ ਤਰ੍ਹਾਂ ਗੁਰੂ ਸਾਹਿਬ ਦੇ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਬਿਨ ਸ਼ਬਦੇ ਜਗ ਭੁੱਲਦਾ ਫਿਰਦਾ, ਦਰਗੇ ਮਿਲੇ ਸਜਾਏ। ਮੈਨੂੰ ਇਹ ਪਤਾ ਲੱਗ ਗਿਆ ਗੁਰੂ ਤੋਂ, ਸਾਧ ਸੰਗਤ ਵਿੱਚ ਬੈਠ ਕੇ, ਗੁਰੂ ਦੇ ਲਾਗੇ ਬਹਿ ਕੇ, ਗੁਰੂ ਦੀ ਸਿੱਖਿਆ ਲੈ ਕੇ, ਕਿ ਗੁਰੂ ਦੇ ਸ਼ਬਦ ਦੁਆਰਾ ਹੀ ਮੇਰੀ ਜਿਹੜਾ ਮੇਰਾ ਪ੍ਰੋਜੈਕਟ ਹੈ ਨਾ, ਮੇਰਾ ਅਲਟੀਮੇਟ ਮੇਰੇ ਜੀਵਨ ਦਾ, ਇਹ ਤਾਂ ਹੀ ਜਾ ਕੇ ਕਾਮਯਾਬ ਹੋਣਾ, ਤਾਂ ਹੀ ਮੈਨੂੰ ਪ੍ਰਾਪਤ ਹੋਣਾ ਵਾ ਜੇ ਮੈਂ ਗੁਰੂ ਦੇ ਭਾਵ ਵਿੱਚ ਚੱਲਿਆ। ਗੁਰੂ ਸਾਹਿਬ ਕਹਿੰਦੇ ਨਾਨਕ ਪ੍ਰਭ ਪਾਇਆ, ਕਹਿੰਦੇ ਮੈਂ ਰੱਬ ਨੂੰ ਪ੍ਰਾਪਤ ਕਰ ਲਿਆ। ਤੇ ਫਿਰ ਕਾਰਨ ਕੀ? ਗੁਰੂ ਸਾਹਿਬ ਕਹਿੰਦੇ ਸ਼ਬਦ ਮਿਲਾਇਆ, ਮੈਨੂੰ ਤਾਂ ਸ਼ਬਦ ਨੇ ਮਿਲਾਤਾ, ਗੁਰੂ ਦੀ ਬਾਣੀ ਨੇ ਮੈਨੂੰ ਰੱਬ ਮਿਲਾ ਦਿੱਤਾ। ਤੇ ਹੋਰ ਕੀ ਹੋਇਆ? ਜੋਤੀ ਜੋਤ ਮਿਲਾਈ, ਮੇਰੀ ਜੋਤ ਨਾ ਪਰਮਾਤਮਾ ਦੀ ਜੋਤ ਇੱਕਮਿਕ ਹੋ ਗਈ, ਸਿਰਫ ਗੁਰੂ ਦੇ ਭਾਅ ਦੇ ਵਿੱਚ ਹੀ ਚੱਲਣ ਨਾਲ। ਹੁਣ ਮੇਰਾ ਇਹ ਕਰਤੱਵ ਆ, ਮੈਨੂੰ ਪਤਾ ਲੱਗ ਗਿਆ ਵਾ ਕਿ ਜੇ ਮੈਂ ਪਰਮਾਤਮਾ ਨੂੰ ਪ੍ਰਾਪਤ ਮਿਲਣਾ ਵਾ, ਮੇਰੀ ਸਾਂਝ ਉਹਦੇ ਨਾਲ ਬਣਨੀ ਆ, ਤੇ ਮੈਨੂੰ ਗੁਰੂ ਦੇ ਭਾਅ ਵਿੱਚ ਜ਼ਰੂਰ ਚੱਲਣਾ ਪਏਗਾ। ਜੇ ਮੈਂ ਗੁਰੂ ਦੇ ਭਾਵ ਵਿੱਚ ਨਾ ਚੱਲਿਆ, ਤੇ ਮੇਰਾ ਜੀਵਨ ਦਾ ਜਿਹੜਾ ਗੋਲ ਆ ਨਾ, ਉਹ ਨਹੀਂ ਪੂਰਾ ਹੋਣਾ, ਮੈਂ ਇੱਥੋਂ ਫੇਲ ਹੋ ਕੇ ਜਾਵਾਂਗਾ। ਹਾਂਜੀ, ਦੇਖੋ ਵੀ ਜਦੋਂ ਟੀਮਾਂ ਖੇਡਦੀਆਂ ਨੇ, ਤੇ ਜਦੋਂ ਇਨਿੰਗ ਖਤਮ ਹੋ ਜਾਂਦੀ ਹੈ ਨਾ, ਤੇ ਜਿਹੜੀ ਟੀਮ ਜੇਤੂ ਹੁੰਦੀ ਹੈ ਨਾ, ਉਹਨੂੰ ਅਵਾਰਡ ਮਿਲਦਾ ਵਾ। ਤੇ ਹੁਣ ਇਹ ਵੇਖਣਾ ਵੀ ਮੈਂ ਜੇਤੂ ਕਿੱਦਾਂ ਹੋਣਾ ਇਸ ਜ਼ਿੰਦਗੀ ਦੀ ਗੇਮ ਵਿੱਚ। ਮੇਰੀ ਗੇਮ ਖਤਮ ਹੋਣ ਤੋਂ ਪਹਿਲਾਂ ਮੈਂ ਪਰਮਾਤਮਾ ਨੂੰ ਮਿਲਣ ਰੂਪੀ ਜਿਹੜੀ ਟਰੋਫੀ ਹੈ ਨਾ, ਉਹ ਮੈਂ ਪ੍ਰਾਪਤ ਕਰਨੀ ਹੈ। ਸਰੰਜਾਮ ਲਾਗ ਭੋਜਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਮਾਇਆ ਕੇ, ਕਹਿੰਦੇ ਤੂੰ ਮਾਇਆ ਦੇ ਰੰਗ ਵਿੱਚ ਲੱਗਾ ਹੋਇਆ ਹੈ, ਇਸ ਕਰਕੇ ਤੇਰਾ ਟਾਈਮ ਖਰਾਬ ਹੋਈ ਜਾ ਰਿਹਾ ਹੈ, ਮਾਇਆ ਦੇ ਰੰਗ ਵਿੱਚ ਲੱਗਾ। ਦੇਖੋ ਮਾਇਆ ਤੇ ਜਿਹੜਾ ਉਦਮ ਹੈ ਨਾ, ਇਹ ਦੋ ਵੱਖਰੀਆਂ ਚੀਜ਼ਾਂ ਨੇ। ਜੇ ਮਨੁੱਖ ਨੇ ਉਦਮ ਕਰਨਾ ਵਾ ਤੇ ਆਪਣੀ ਉਪਜੀਵਕਾ ਇਹਨੇ ਕਮਾਉਣੀ ਆ, ਆਪਣੇ ਪਰਿਵਾਰ ਦੀ ਟੇਕ ਕੇਅਰ ਕਰਨੀ ਆ, ਆਪਣੇ ਸਮਾਜ ਦੀ ਟੇਕ ਕੇਅਰ ਕਰਨੀ ਆ, ਇਹ ਮਾਇਆ ਨਹੀਂ। ਮਾਇਆ ਉਦੋਂ ਹੁੰਦੀ ਆ ਜਦੋਂ ਮਨੁੱਖ ਅਨਫੇਅਰ ਮੀਨਸ ਨਾਲ ਲੋਭ ਦੇ ਵਸ 'ਚ ਹੋ ਕੇ ਤੇ ਲੋਕਾਂ ਦੇ ਹੱਕ ਜਦੋਂ ਛੀਣ ਕਰਦਾ ਨਾ, ਉਦੋਂ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਆ ਜਾਂਦਾ ਵਾ। ਤੇ ਮੈਨੂੰ ਇਸ ਗੱਲ ਦਾ, ਕਾਰ ਸਿੰਘ ਤੈਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਵਾ ਕਿ ਤੂੰ ਕੋਈ ਇਹੋ ਜਿਹੀ ਕਰਪਸ਼ਨ ਨਹੀਂ ਕਰਨੀ, ਤੂੰ ਇਹੋ ਜਿਹੀ ਕੋਈ ਲੋਭ ਲਾਲਚ ਵਾਲੀ ਗੱਲ ਨਹੀਂ ਕਰਨੀ ਜਿਹਦੇ ਨਾਲ ਤੇਰੇ ਤੇ ਮਾਇਆ ਦਾ ਪ੍ਰਭਾਵ ਪੈਦਾ ਹੋ ਜੇ, ਤੇ ਜਿਹਦੇ ਨਾਲ ਮੇਰਾ ਇਹ ਜਨਮ ਆ ਉਹ ਬਿਰਥਾ ਜਾ ਰਿਹਾ। ਜਪ ਤਪ ਸੰਜਮ ਧਰਮ ਨਾ ਕਮਾਇਆ। ਗੁਰੂ ਸਾਹਿਬ ਕਹਿੰਦੇ ਦੇਖ ਵੀ ਤੂੰ ਸਾਰਾ ਟਾਈਮ ਲੰਘਾਈ ਜਾਣ ਡਿਆ ਮਾਇਆ ਦੇ ਵਿੱਚ, ਹੈ ਮਾਇਆ ਦੇ ਵਿੱਚ ਤੂੰ ਇੰਨਾ ਰੁੱਝਾ। ਤੇ ਜਪ ਤਪ ਤੇ ਚਲੋ ਸਾਡੇ ਧਰਮ ਦਾ ਤਾਂ ਨਹੀਂ ਹੈ, ਗੁਰੂ ਨਾਨਕ ਦਾ ਫਿਲਸਫਾ ਤਾਂ ਨਹੀਂ ਗਾ, ਪਰ ਜਿਹੜਾ ਸਾਡਾ ਜਪ ਤਪ ਹੈ ਉਹ ਹੋਰ ਕਿਸਮ ਦਾ ਵਾ, ਉਹਦੀ ਜਿਹੜੀ ਡੈਫੀਨੇਸ਼ਨ ਡਿਫਰੈਂਟ ਆ ਸਿੱਖ ਧਰਮ ਵਿੱਚ ਜਪ ਤਪ ਦੀ। ਤੇ ਸੰਜਮ, ਤੇ ਤੂੰ ਧਰਮ ਦੀ ਕੋਈ ਕਮਾਈ ਨਹੀਂ ਕੀਤੀ। ਹਾਂਜੀ, ਤੇ ਤੂੰ ਨਾ ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਤੂੰ ਸੇਵਾ ਸਾਧ ਕੀ ਹੈ?
ਕਿ ਗੁਰੂ ਦੇ ਉਪਦੇਸ਼ ਨੂੰ ਤੂੰ ਨਹੀਂ ਮੰਨਿਆ ਤੇ ਨਾ ਮੰਨਣ ਕਰਕੇ ਤੂੰ ਹਰ ਨੂੰ ਨਹੀਂ ਜਾਣਿਆ, ਤੂੰ ਰੱਬ ਨੂੰ ਨਹੀਂ ਜਾਣਿਆ, ਉਸ ਜਿਹੜਾ ਰਾਜਾ ਪ੍ਰਮਾਤਮਾ ਵਾ ਤੂੰ ਉਹਨੂੰ ਨਹੀਂ ਮਿਲਿਆ ਕਿਉਂਕਿ ਤੂੰ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਿਆ, ਤੂੰ ਸਤਿਗੁਰ ਭਾਈ ਨਹੀਂ ਚੱਲਿਆ, ਇਸ ਕਰਕੇ ਤੈਨੂੰ ਰੱਬ ਨਹੀਂ ਮਿਲਿਆ। ਤੇ ਕਹਿੰਦੇ ਕਹੋ ਨਾਨਕ ਹਮ ਨੀਚ ਕਰਮਾਂ, ਹੇ ਸੱਚੇ ਪਾਤਸ਼ਾਹ ਦੇਖ ਮੈਨੂੰ ਬਚਾ ਲਾ, ਮੈਂ ਮੰਦ ਕਰਮੀ ਆ, ਮੈਂ ਕਮੀਨਾ ਵਾਂ, ਓਕੇ ਮੈਂ ਕਲਖਣਾ ਵਾਂ, ਮੈਨੂੰ ਜੀਣ ਦੀ ਜਾਚ ਨਹੀਂ ਗੀ ਹੈ, ਤੇ ਤੂੰ ਨਾ ਇਉਂ ਕਰ, ਤੂੰ ਬਖਸ਼ਿਸ਼ ਕਰ, ਮੈਂ ਤੇਰੀ ਸ਼ਰਨ 'ਚ ਪੈਣ ਲੱਗਾ ਵਾਂ, ਸ਼ਰਨ ਭਰੇ ਕੀ ਰੱਖ ਸਾਨੂੰ। ਕਹਿੰਦੇ ਮੇਰਾ ਹੋਰ ਕੋਈ ਆਸਰਾ ਨਹੀਂ ਗਾ, ਮੈਂ ਥੱਕ ਟੁੱਟ ਕੇ ਸਾਰੇ ਦਰਵਾਜ਼ੇ ਗਾਹ ਕੇ ਸਾਰਿਆਂ ਦਰਾਂ ਤੋਂ ਕੱਖ ਨਹੀਂ ਮੈਨੂੰ ਮਿਲਿਆ, ਹੁਣ ਮੈਂ ਹਾਰ ਹੰਬ ਕੇ ਤੇ ਮੈਂ ਤੇਰੀ ਸ਼ਰਨ 'ਚ ਆਇਆ ਵਾਂ ਤੇ ਤੂੰ ਨਾ ਮੇਰੀ ਇੱਜ਼ਤ ਰੱਖ ਲਾ। ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਭਰੇ ਕੀ ਰੱਖੋ ਸ਼ਰਮਾ, ਇਹ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਤੇ ਮੈਨੂੰ ਨਾ ਇੱਕ ਕੰਮ ਜ਼ਰੂਰ ਹੋ ਜਾਏ ਮੇਰਾ, ਤੇ ਗੋਬਿੰਦ ਮਿਲਣ ਕੀ ਇਹ ਮੇਰੀ ਬਰੀਆ ਜਿਹੜੀ ਹੈ ਨਾ ਇਹ ਹੋ ਜੇ। ਭਾਈ ਪ੍ਰਾਪਤ ਮਾਨੁਖ ਦੇਰੀ ਉਹ ਤੇ ਹੈ ਹੀ ਆ, ਪਰ ਮੈਨੂੰ ਮਰਨ ਤੋਂ ਪਹਿਲਾਂ ਮੇਰਾ ਮਾਲਕ ਮੈਨੂੰ ਮਿਲ ਪਏ ਨਾ ਤੇ ਤਾਂ ਹੀ ਗੱਲ ਬਣਨੀ ਹੈ। ਭਾਈ ਖਾਲਸਾ ਵਾਹਿ ਫਤਿਹ। ਥੈਂਕ ਯੂ ਕਰ ਸਿੰਘ ਜੀ। ਅਸੀਂ ਸਾਰੇ ਚਾਹੀਦਾ ਸਾਨੂੰ, ਪਤਾ ਨਹੀਂ ਕਰਦੇ ਹਾਂ ਕਿ ਨਹੀਂ, should be grateful to Akal Purukh Guru Sahib who has provided us with these moments. ਅਸੀਂ ਇਹ ਸ਼ਬਦ ਰੋਜ਼ ਪੜ੍ਹਦੇ ਹਾਂ ਔਰ ਸਾਨੂੰ ਸਾਰਿਆਂ ਨੂੰ ਏਦਾਂ ਵੀ ਲੱਗਦਾ ਹੈ ਵੀ ਬੜਾ ਸੌਖਾ ਜਿਹਾ ਸ਼ਬਦ ਹੈ। Before I go ahead, I will take a break kinda, ਤੇ ਤੁਸੀਂ ਸਾਰੇ ਮੈਂ ਕੀ ਸੋਚਦਾ ਇਸ ਬਾਰੇ ਪਲੀਜ਼ ਆਪਣਾ ਅਨਮਿਊਟ ਕਰਕੇ ਤੇ ਇਹ ਜਿਹੜੀ ਇਸ ਸ਼ਬਦ ਦਾ ਪਿਵਟ ਕੀ ਹੈ, ਟੇਕ ਹੋਮ ਕੀ ਹੈ, ਜੇ ਮੈਨੂੰ ਹੁਣੇ ਕਲਾਸ ਬੰਦ ਕਰਨੀ ਪਵੇ ਤੇ ਮੈਂ ਕੀ ਸੋਚ ਰਿਹਾ। ਆਕਾਰ ਸਿੰਘ ਜੀ ਨੇ ਕਾਫੀ ਇਲਸਟ੍ਰੇਟਿੰਗ ਗੱਲ ਕੀਤੀ ਹੈ। ਹਾਂਜੀ ਪਲੀਜ਼। ਇਹ ਲੱਗਦਾ ਹੈ ਕਿ ਇਸ ਸੰਸਾਰ ਤੋਂ ਚੱਲਣ ਤੋਂ ਪਹਿਲੇ ਪਰਮਾਤਮਾ ਨੂੰ ਯਾਦ ਕਰਨਾ, ਉਹਨੇ ਕਿਸ ਤਰ੍ਹਾਂ ਉਹਨੂੰ ਮਿਲਿਆ ਜਾਏ, ਸੇ ਮਾਇਆ ਦੇ ਵਿੱਚ ਅਸੀਂ ਹਮੇਸ਼ਾ ਪੜੇ ਰਹਿੰਦੇ ਹਾਂ, ਉਸ ਤੋਂ ਕਿਸ ਤਰ੍ਹਾਂ ਬਾਹਰ ਨਿਕਲਣਾ ਹੈ। ਨਾਮ ਜਪਦੇ ਸ਼ਬਦ ਦੇ ਬਗੈਰ ਸਾਡਾ ਕੋਈ ਹੋਰ ਰਸਤਾ ਨਹੀਂ ਹੈ। ਮੈਨੂੰ ਇਹੀ ਲੱਗਿਆ। ਵੈਰੀ ਗੁੱਡ, ਥੈਂਕ ਯੂ, ਥੈਂਕਸ ਫॉर ਅਬਰਪਟਨੈਸ ਆਲਸੋ। ਹਾਂਜੀ ਹਾਂਜੀ, ਹੂ ਐਲਸ? ਰੱਬ ਸਾਨੂੰ ਕੀ ਕਹਿੰਦੇ, ਮਨੁੱਖ ਜਨਮ ਜਿਹੜਾ ਮਿਲਿਆ ਹੈ, ਇਹ ਜਨਮ ਹੈ ਜਿਸ ਵਿੱਚ ਅਸੀਂ ਮਤਲਬ ਰੱਬ ਨੂੰ ਯਾਦ ਕਰ ਸਕਦੇ ਹਾਂ ਜਾਂ ਉਸ ਦੇ ਵਿੱਚ ਜੁੜ ਸਕਦੇ ਹਾਂ। ਬਾਕੀ ਤਾਂ ਜਿਹੜੇ ਜਨਮ ਜਿਸ ਤਰ੍ਹਾਂ ਪਸ਼ੂ ਹਨ, ਇਹ ਹਨ, ਇਹਨਾਂ ਵਿੱਚ ਤਾਂ ਇਹ ਬੁੱਧੀ ਨਹੀਂ ਹੈ ਨਾ, ਮਨੁੱਖ ਵਿੱਚ ਹੀ ਹੈ ਇਹ ਜਿਹੜੀ ਮੱਤ, ਜਿਸ ਵਿੱਚ ਜਿਹੜੀ ਸਾਨੂੰ ਮਤਲਬ ਇਹ ਸਿਖਾਉਂਦੀ ਹੈ ਕਿ ਤੁਸੀਂ ਰੱਬ ਦੀ ਸ਼ਰਨ ਕਿਸ ਤਰ੍ਹਾਂ ਪੈਣਾ ਹੈ, ਕਿਸ ਤਰ੍ਹਾਂ ਨਾਮ ਕਰਨਾ ਹੈ, ਕਿਸ ਤਰ੍ਹਾਂ ਉਸ ਨਾਲ ਮਿਲਣਾ ਹੈ। I think this is the ਮੇਰੀ ਇਨਟੇਕ ਕਿ ਵੀ ਰੱਬ ਨੂੰ ਮਿਲਣ ਵਾਸਤੇ। Right. Anyone else? Volunteers, please hurry up. Moni? Yes, so as my take is he's telling me to take his sharan, don't forget the goal, my goal that I'm here, why I'm here. Take sharan of Guru Bani and then do his part. Right. Good. Next, anyone? ਹਾਂਜੀ ਵੀਨਾ ਜੀ, ਚਲੋ ਪਹਿਲੇ ਵੀਨਾ ਜੀ ਫਿਰ ਪੜ੍ਹਨਾ। Yes, Veena ji. This is like a reality check, like this is the life we are living, ਕਿ ਵੀ ਅਸੀਂ ਮਾਨਵ ਸਾਨੂੰ ਹਿਊਮਨ ਲਾਈਫ ਮਿਲੀ ਹੈ ਪਰ ਅਸੀਂ ਹੋਰ ਪਾਸੇ ਲੱਗੇ ਹੋਏ ਹਾਂ। ਐਂਡ ਟੂ I mean ਸਾਨੂੰ ਉਸ ਪਾਸੇ ਰੱਬ ਦੇ ਨਾਲ ਲੱਗਣ ਵਾਸਤੇ ਕੀ ਕੁਝ ਕਰਨਾ ਚਾਹੀਦਾ ਹੈ। This is what is trying to tell. We are living in
worldly life, worldly world, and then not doing what we are meant to do, why we are here. ਅਸੀਂ ਇਸ ਕਿਉਂ ਸਾਨੂੰ ਮਾਨਵ ਜਨਮ ਮਿਲਿਆ ਹੈਗਾ ਉਹ ਅਸੀਂ ਭੁੱਲ ਜਾਂਦੇ ਹਾਂ ਤੇ and we are into other things. Thank you ji. Thank you Moni ji. Now Aparamjit ji. ਮੈਨੂੰ ਰਹਾਉ ਦੀਆਂ ਪੰਕਤੀਆਂ ਜ਼ਿਆਦਾ ਹਿੱਟ ਕਰਦੀਆਂ ਇਸ ਸ਼ਬਦ 'ਚ ਕਿ ਸੰਜਾਮ ਲਾਗ ਪਹੁੰਚੋ ਤਰਨ ਕੇ ਜਨਮ ਮਤਲਬ ਮੇਰਾ ਜਨਮ ਬਿਰਥਾ ਜਾ ਰਿਹਾ ਮਾਇਆ ਦੇ ਰੰਗ 'ਚ ਮੈਨੂੰ ਉਹ ਜ਼ਿਆਦਾ ਹਿੱਟ ਕਰਦੀ ਹੈ ਉਹਨੂੰ ਸਵਾਰਨ ਵਾਸਤੇ ਉਸ ਜਨਮ ਨੂੰ ਕਿ ਮੈਨੂੰ ਸਮਝਣਾ ਪਏਗਾ ਕਿ ਇਹ ਜਨਮ ਜੋ ਮਿਲਿਆ ਹੈ ਇਹ ਮਨੁੱਖ ਦਾ ਇਹ ਮੇਰੀ ਵਾਹਿਗੁਰੂ ਨਾਲ ਮਿਲਣ ਦਾ ਜਨਮ ਹੈ ਸੋ ਬਾਕੀ ਮੈਨੂੰ ਇਹ ਕਰਨਾ ਪਏਗਾ that hits me the most ਕਿ ਮੇਰਾ ਜਨਮ ਬਿਰਥਾ ਜਾ ਰਿਹਾ I should pick up. Thank you. Next anyone? और ये भी है कि शब्द दसता है कि आई थिंक इट्स ओवरऑल कंप्लीट शब्द कि मानुख दे मिली है उसको मिलन वास्ते मिली है ते मिलना किस तरह है वो भी दसता है कि अगर काज नाल काम नहीं चलेगा सिर्फ नाम भज के ही मिलना पड़ेगा सो दसदा भी है कि तुसी आए क्यों हो ते उसका आंसर भी दसदा है कि किस तरह मिलना है. Very good. Thank you. Hanji, anyone else? It's not a compulsory, so that's the reason I'm asking voluntarily, because if I am listening and it was pretty simple, then I should be able to express myself. Hanji. Sorry, ਤੁਸੀਂ ਕਹਿਣ ਲੱਗੇ ਸੀ ਭੁਪਿੰਦਰ ਜੀ ਬੋਲਣ ਲੱਗੇ ਸੀ sorry. Hanji, Hanji. This is this Shabad, I think, in my opinion, reminds us to take a look at ourselves to see where we are and what is the intention that we as human beings should be doing. And from that assessment, how do I go about making the changes? So that's my take. Positive changes. Thank you. Nice. Anyone else? ਹਰਪ੍ਰੀਤ ਜੀ ਤੁਸੀਂ ਅਨਮਿਊਟ on purpose ਕੀਤਾ ਹੈ ਕਿ perchance or you want to say something? ਹਾਂਜੀ ਇਹ ਜਨਮ ਜਿਹੜਾ ਹੁਣ ਸਾਨੂੰ ਮਿਲਿਆ ਹੈ ਇਹ ਮਤਲਬ ਅਸੀਂ ਬਿਰਥਾ ਨਾ ਗਵਾਈਏ ਤੇ ਮਤਲਬ ਜੋ ਮੇਨ ਰੀਜ਼ਨ ਵਾਸਤੇ ਆਇਆ ਜੋ ਕਾਜ ਕਰਨ ਵਾਸਤੇ ਆਇਆ ਗੁਰੂ ਦਾ ਨਾਮ ਲੈਣ ਵਾਸਤੇ ਆਇਆ ਗੁਰੂ ਦੀ ਸੇਵਾ ਕਰਨ ਵਾਸਤੇ ਆਇਆ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਇਹ ਜੀਵਨ ਦਿੱਤਾ ਹੈ ਤੇ ਮਤਲਬ ਉਸਨੂੰ ਬਿਰਥਾ ਨਾ ਗਵਾਈਏ ਉਸਨੂੰ ਉਹਨਾਂ ਦੇ ਉਹਨਾਂ ਜੋ ਸਾਨੂੰ ਕਰਨਾ ਚਾਹੀਦਾ ਉਹ ਕਰੀਏ ਜੋ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਦਿੱਤੀ ਹੋਈ ਹੈ the right thing to do we should be able to do that we should be doing that. Thank you. So by and large ਅਸੀਂ ਸਾਰੇ ਇਹ ਸਮਝਦੇ ਹਾਂ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ ਸ਼ਾਇਦ ਜੋ ਅਸੀਂ ਨਹੀਂ ਕਰ ਰਹੇ ਔਰ ਅਸੀਂ ਥੋੜਾ ਕਰ ਰਹੇ ਹਾਂ ਸਾਨੂੰ ਜ਼ਿਆਦਾ ਕਰਨਾ ਚਾਹੀਦਾ ਹੈ. ਪਰਮਜੀਤ ਜੀ ਨੇ ਜਿਹੜੀ ਗੱਲ ਫੜੀ ਸੀ ਆਲਵੇਜ਼ ਰਹਾ ਉਹਦੇ ਵਿੱਚ ਕੁਝ ਨਾ ਕੁਝ ਲੁਕਿਆ ਹੁੰਦਾ ਹੈ ਉਹਨੂੰ ਅਸੀਂ ਜੇ ਫੜੀਏ ਸਰੰਜਾਮ ਦਾ ਮੈਨਾ ਕੀ ਹੈ ਪਹਿਲਾਂ I don't understand. ਪਰਸ਼ੀਅਨ ਦੀ ਇਹ ਟਰਮ ਹੈ ਸਰ ਅੰਜਾਮ ਅੰਜਾਮ ਇਜ਼ ਰਿਜ਼ਲਟ ਰਿਜ਼ਲਟ ਨੂੰ ਸਰ ਕਰਨਾ ਰਿਜ਼ਲਟ ਨੂੰ ਕਾਨਕਰ ਕਰਨਾ ਰਿਜ਼ਲਟ ਨੂੰ ਫਤਿਹ ਕਰਨਾ ਯਾਨੀ ਕਿ ਪੋਜ਼ਿਟਿਵਿਟੀ ਦੇ ਵਿੱਚ ਰਿਜ਼ਲਟ ਨੂੰ ਦੇਖਣਾ ਸੋ ਤੇ ਉਹਦਾ ਜਿਹੜਾ ਅਸੀਂ ਵਿਆਕਰਨਕ ਮੀਨਿੰਗ ਕਰਨਾ ਕਿ ਇੰਤਜ਼ਾਮ ਕਰ organize ਕਰ do something ਜਿਸ ਤਰ੍ਹਾਂ ਘਰ 'ਚ ਅਸੀਂ ਕੋਈ ਫੀਸਟ ਰੱਖੀ ਹੋਵੇ ਕੋਈ ਪ੍ਰੋਗਰਾਮ ਰੱਖਿਆ ਹੋਵੇ ਵਿਆਹ ਰੱਖਿਆ ਹੋਵੇ ਤੇ ਅਸੀਂ ਡਿਊਟੀਆਂ ਵੰਡ ਦਿੰਦੇ ਹਾਂ ਵੀ ਚੱਲ ਤੂੰ ਇਹ ਕਰ ਤੂੰ ਇਹ ਕਰ ਤੂੰ ਇਹ ਕਰ ਹੁਣ ਇਹ ਮੇਰੇ ਘਰ ਦਾ
ਬੰਦੋਬਸਤ ਹੈ ਤੇ ਮੈਂ ਇਹਦਾ ਮੈਂ ਦਾ ਮਤਲਬ ਹੈ ਮੇਰਾ ਮਨ, ਮੇਰਾ ਸਰੀਰ ਕੁਛ ਨਹੀਂ ਹੈ। We have talked about it. We can talk if someone doesn't understand ਕਿ ਦੋ ਪੱਖ ਚਲਦੀ ਹੈ ਬਾਣੀ, ਇੱਕ ਚਲਦੀ ਹੈ ਦੁਨਿਆਵੀ ਪੱਖ ਤੇ, ਇੱਕ ਚਲਦੀ ਹੈ ਮੇਰੇ ਆਤਮਿਕ ਪੱਖ ਤੇ। ਆਤਮਿਕ ਪੱਖ ਦੇ ਵਿੱਚ ਮੇਰਾ ਮਨ ਜਿਹੜਾ ਏ ਉਹ ਨਹੀਂ ਬਦਲਦਾ। ਇਸੇ ਕਰਕੇ ਮੇਰੇ ਨਾਲ ਜੋ ਕੁਝ ਹੈ, whatever I am, that is the reason only because I tried to change my body. ਮੈਂ ਕੋਤਰੀ ਸੁੱਖੀ ਹੈ, 500 ਸਾਲਾ ਗੁਰਪੁਰਬ ਆਇਆ ਤੇ ਮੈਂ ਮਾਂ ਦੀ ਦਾਲ ਛੱਡ ਦਿੱਤੀ ਹੈ, ਮੈਂ ਮੀਟ ਛੱਡ ਦਿੱਤਾ, ਮੈਂ ਸ਼ਰਾਬ ਛੱਡ ਦਿੱਤੀ। ਅਸੀਂ ਸਿਰਫ ਔਰ ਸਿਰਫ ਇਹੋ ਕੁਛ ਕੀਤਾ ਹੈ। ਮੈਂ ਵਾਲ ਰੰਗਣੇ ਛੱਡ, ਬੜਿਆਂ ਨੂੰ ਦੇਖਿਆ ਜੀ ਕਿ ਜੀ ਅਸੀਂ ਅੰਮ੍ਰਿਤਸਰ ਗਏ, ਮੈਂ ਬਸ ਉੱਥੇ ਨਾ ਸੁੱਖ ਆਈ ਹਾਂ ਹੁਣ ਚੱਲ। ਸੋ ਉਹ ਕਹਿੰਦਾ ਮਨ ਰੰਗੋ ਵਟ ਭਾਗਿਓ, ਉਹਦੇ ਤੇ ਕੋਈ ਅਸਰ ਕੋਈ ਨਹੀਂ। ਇਹ ਕੰਮ ਕੀਤਾ, ਪਵਿੱਤਰ ਦਿਹਾੜਾ ਕੀਤਾ, ਉਹਨੂੰ ਮੈਂ ਜਿਹਨੂੰ ਕਹਿੰਦੇ ਪਾਤਸ਼ਾਹ ਦਸ਼ਹਰਾ ਜਾਂ ਮੱਜਨ, ਤੇ ਮੈਂ ਮੱਜਨ ਕੀ ਕੀਤਾ ਕਿ ਮੈਂ ਕੋਈ ਨਾ ਕੋਈ ਆਪਣੀ ਸਰੀਰਕ ਆਦਤ ਛੱਡਦੀ। ਉਹ ਕਹਿੰਦਾ ਸਰੀਰਕ ਛੱਡ ਵੀ ਦੇਗਾ ਤਾਂ ਕੀ, ਫੜ ਵੀ ਲਏਗਾ ਤਾਂ ਕਿਉਂ? ਸਰੀਰ ਤੇ ਲੇਲਾ ਹੈ ਤੇਰੇ ਮਨ ਦਾ। ਤੂੰ ਕਹਿੰਦਾ ਮੈਂ ਨਹੀਂ ਖਾਣਾ ਜਾਂ ਮੈਂ ਰੋਟੀਆਂ ਘਟਾ ਦੇਣੀ ਹੈ, ਡਾਈਟਿੰਗ ਕਰਨੀ, ਤੇ ਮਨ ਐਸਾ ਜੀਭ ਤੇ ਉਹਦੇ ਆਂਦਾ ਪਾਣੀ ਆਂਦਾ ਕਿ ਫਿਰ ਬੜਾ ਰੋਕ ਕੇ ਆਪਣੇ ਆਪ ਨੂੰ ਦੇਖ, ਡਾਇਬੀਟਿਕ ਆ ਮੈਂ, ਪਰ ਥੋੜਾ ਜਿਹਾ ਮਿੱਠਾ ਬੜਾ ਦਿਲ ਕਰਦਾ ਯਾਰ। ਹੁਣ ਇਹ ਤੇ ਵਿਚਾਰਾ ਸਰੀਰ ਕਰ ਰਿਹਾ ਮੇਰਾ, ਤੇ ਮੈਂ ਮਨ ਦਾ ਕੋਈ ਬਾਹਰ ਔੜ ਹੀ ਨਹੀਂ ਕੀਤਾ ਹੋਇਆ। ਜਿਹੜਾ ਹੈ ਨਾ ਹੁਣੇ ਕਾਰ ਸਿੰਘ ਨੇ ਵਰਤੀ ਸੀ ਐਗਜ਼ਾਮਪਲ, ਇਹ ਜਿਹੜੀਆਂ ਐਗਜ਼ਾਮਪਲ ਨੇ ਮੈਂ ਦੇਖਦਾ ਵੀ ਅਸੀਂ ਨਾ ਸਾਰੇ ਬੈਠੇ ਰਹਿੰਦੇ ਹਾਂ, ਦੇਖਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ, ਤੇ ਫਿਰ ਹੁੰਦਾ ਕੀ ਹੈ ਕਿ ਉਹ ਸਾਡੇ ਟਾਈਮ ਗੈਪ ਦੇ ਨਾਲ, ਕਿਉਂਕਿ ਵੀ ਆਰ ਨਾਟ ਲਿਵਿੰਗ ਗੁਰਬਾਣੀ, ਅਸੀਂ ਕਹਿੰਦੇ ਹਾਂ ਵੀ ਹੈਵ ਅਦਰ ਸਟਫ ਟੂ ਡੂ। ਇਹ ਤੇ ਸਾਡਾ ਮਹੀਨੇ ਚ ਹਫ਼ਤੇ ਚ ਇੱਕ ਵਾਰੀ ਆਉਂਦਾ ਬਸ, ਠੀਕ ਹੈ। ਉਹਦੇ ਨਾਲ ਕੀ ਹੁੰਦਾ ਕਿ ਸਾਡੇ ਕੋਲ ਉਹ ਗੱਲ ਲੰਘ ਜਾਂਦੀ। ਗੱਲ ਬੜੀ ਸਿਗਨੀਫੀਕੈਂਟ ਸੀ। ਕਹਿੰਦੇ ਨੇ ਹਰ ਪੜ, ਹਰ ਲਿਖ, ਹਰ ਜਪ, ਹਰ ਗਾਓ, ਹਰ ਭਵ ਜਲ ਪਾਰ ਉਤਾਰੇ। ਲੈ when do I have time? ਸ਼ਾਮੀ ਮੈਂ ਕੰਮ ਤੋਂ ਘਰ ਆਇਆ, ਆ ਕੇ ਕਲਾਸ ਅਟੈਂਡ ਕਰੋ, ਨਾ ਕਰੋ ਤੇ ਭੌਂਕਦੇ ਨੇ, ਗੁੱਸਾ ਕਰਦੇ ਨੇ, ਹੈ ਜੀ। ਤੇ ਹੁਣ ਉਸ ਤੋਂ ਬਾਅਦ ਰੋਟੀ ਰਾਟੀ ਵੀ ਖਾਣ ਨੂੰ ਨਹੀਂ ਮਿਲਦੀ, ਐਵੇਂ ਵਰਟੀਕਲੀ ਖਾ ਲਈਦੀ ਹੈ ਜਿੱਦਣ ਕਲਾਸ ਹੁੰਦੀ। ਤੇ ਮੁੜ ਕੇ ਹੁਣ ਉਹ ਅੱਜ ਕੱਲ ਨਿਊਜ਼ ਦੇਖਣੀ ਹੁੰਦੀ ਹੈ, ਜਾਂ ਉਹ ਸੀਰੀਅਲ ਦਾ ਕਲਾਈਮੈਕਸ ਬੜਾ ਕਮਾਲ ਦਾ ਆਇਆ ਹੋਇਆ ਹੈ, ਜਾਂ ਫਲਾਣੇ ਬਾਬਾ ਜੀ ਦਾ ਪ੍ਰੋਗਰਾਮ ਚੱਲ ਰਿਹਾ ਹੈ। one reason or the other, time ਕਿੱਥੇ ਹਰ ਪੜ, ਹਰ ਲਿਖ, ਹਰ ਜਪ, ਹਰ ਗਾਓ। ਤੇ ਕੀ ਸੀਗਾ ਵੀਰ ਜੀ ਅਗਲੀ ਤੁਕ? ਸੌਰੀ, ਫਟਾਫਟ ਕਰ ਸਿੰਘ ਜੀ। ਮਨ ਬਚਨ ਹਿਰਦੇ ਧਿਆਏ, ਮਨ ਬਚਨ ਹਿਰਦੇ ਕਮਾਲ ਅਸਲੀ ਗੱਲ ਕਹਿੰਦਾ, ਮਨ ਬਚਨ ਹਿਰਦੇ ਧਿਆਏ, ਹਰ ਹੋਏ ਸੰਤੁਸ਼ਟ, ਗਾਰੰਟੀਡ ਹੈ। ਲੈ ਸਹੀ ਗੱਲ ਹੈ। ਇਹੋ ਜਿਹੀ ਗਾਰੰਟੀ ਕੌਣ ਦਿੰਦਾ ਹੈ? ਤੇ ਮੈਂ ਜਦੋਂ ਪੜ੍ਹਦਾ ਵਾਂ, ਜਦੋਂ ਮੈਂ ਸਿਰ ਮਾਰਦਾ ਵਾਂ, ਸ਼ਬਦ ਸੁਣਦਾ, ਆਹਾ ਬੜਾ ਆਨੰਦ ਆਇਆ ਜੀ। ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਇਹ ਜੀ ਸੋਚ ਧਰੋ। ਬਸ ਮੈਂ ਸੋਚਦਾ ਹੀ ਪਿਆ, ਹੱਲ ਤੁਸੀਂ ਕੱਢ ਲਓ ਕਾਰ ਸਿੰਘ, ਮੈਨੂੰ ਸੋਚਣ ਦਿਓ। ਇਹ ਮੇਰੀ, ਜੇ ਹਰ ਇੱਕ ਕਲਾਸ ਦੇ ਵਿੱਚ ਮੈਂ ਇਹ ਵੇਖਾਂ ਕਿ ਮੇਰੀ ਪੰਚ ਲਾਈਨ ਕਿਹੜੀ ਹੈ ਅੱਜ, ਤੇ ਮੈਂ ਉਹਨੂੰ ਇੱਕ ਹਫ਼ਤਾ ਉਹਦੇ ਤੇ ਫੋਕਸ ਕਰਾਂ, ਤੇ ਇੱਕ ਹਫ਼ਤੇ 'ਚ ਮੈਂ, ਔਰ ਕੋਈ ਜ਼ਰੂਰੀ ਨਹੀਂ ਹੈ ਕਿ ਇੱਕ ਲਾਈਨ ਹੋਵੇ, ਇੱਕ ਤੋਂ ਜ਼ਿਆਦਾ ਲਾਈਨਾਂ ਵੀ ਹੋ ਸਕਦੀਆਂ ਜਿਹੜੀਆਂ ਮੈਨੂੰ ਟੱਚ ਕਰਦੀਆਂ ਹੋਣ, ਤੇ ਜੇ ਮੈਂ ਉਹਨਾਂ ਤੇ ਕਮਾਈ ਕਰਾਂ ਤੇ ਮੈਨੂੰ ਗੁਰਬਾਣੀ ਬਣਨ 'ਚੋਂ ਕੌਣ ਰੋਕੇਗਾ? ਤੇ ਹੁਣ ਮੇਰਾ ਕੋਈ ਵਸੀਲਾ ਹੀ ਨਹੀਂ ਬਣਿਆ ਹੋਇਆ। That is the difference.
ਇਹ ਸਰੰਜਾਮ। ਅਸੀਂ ਗੱਲ ਕਰ ਰਹੇ ਹਾਂ ਇੰਤਜ਼ਾਮ ਦੀ, ਮੈਂ ਕੋਈ ਭਾਸ਼ਣ ਨਹੀਂ ਦੇ ਰਿਹਾ। ਹੁਣ ਜਨਮ ਬਿਰਥਾ ਜਾਤ ਰੰਗ ਮਾਇਆ, ਕਿ ਉੱਥੇ ਤੇ ਆਨੇ ਹੀ ਆਨੇ ਆ। ਮੇਰਾ ਜਨਮ ਬਿਰਥਾ ਜਾ ਰਿਹਾ ਹੈ, ਆਫ ਕੋਰਸ। ਭਵਜਲ ਤਰਨ ਦਾ ਮੈਂ ਆਰ ਕਰ ਕੀ ਕੈਲੰਡਰ ਤੇ ਮਾਰਕ ਕਰਾਂ ਕਿ ਅੱਜ ਮੈਂ ਮਕਾਨ ਬਣਾਉਣਾ ਹੈ, ਉਹਦੇ ਚ 5000 ਇੱਟ ਲਾਣੀ ਹੈ, ਐਕਸਕਿਊਜ਼ ਮੀ, ਜਾਂ ਮੈਂ 300 ਤਸਲੇ ਸੁੱਟਨੇ ਨੇ ਆਪਣੇ ਸਿਰ ਚ, ਸੇਵਾ ਕਰਨੀ ਹੈ, ਏਦਾਂ ਕਹਿ ਲਈਏ। ਤੇ ਅੱਜ ਮੈਂ ਕਿੰਨੇ ਤਸਲੇ ਸੁੱਟੇ ਹੈ। ਇਨ ਅਦਰ ਵਰਡਸ, ਵਰਚੁਅਸਨੈਸ ਦੇ, ਗੁਰੂ ਦੇ ਗੁਣਾਂ ਦੇ ਮੈਂ ਕਿੰਨੀਆਂ ਗੱਲਾਂ ਕੀਤੀਆਂ ਅੱਜ ਦੀ ਡੇਟ 'ਚ। ਹੌਲੀ ਹੌਲੀ ਇਹ ਵਪਾਣ ਹਰ ਨਾਮ ਮੁਰਾਰੀ ਹੋਏ। ਮਨ, ਬਚ, ਹਿਰਦੇ, ਮਨ, ਬਚ, ਕਰਮ, ਇਹ ਤਿੰਨੇ ਇਕੱਠੀਆਂ ਹੀ ਆਉਂਦੀਆਂ ਨੇ। ਤੇ ਮੈਂ ਤੇ ਕੀਤਾ ਕੋਈ ਨਹੀਂ। ਔਰ ਦੇਖੋ, ਚਲੋ ਇਹ ਵੀ ਸ਼ੁਕਰ ਹੈ ਮਾਲਕ ਦਾ ਕਿ ਮੈਨੂੰ ਇੰਨੀ ਅਕਲ ਆ ਗਈ ਹੈ ਕਿ ਮੈਂ ਅੱਜ ਐਵੇਂ ਪਤਾ ਨਹੀਂ ਮੈਨੂੰ ਕਿਉਂ ਮੇਰਾ ਮਨ ਕੀਤਾ ਕਿ ਵਾਲੰਟੀਅਰ ਕਰੋ। ਮੈਂ ਹਾਲੇ ਤੇ ਅਸੀਂ ਐਵੇਂ ਗੱਲ ਕਰ ਰਹੇ ਹਾਂ ਨਾ ਕਿ ਯਾਰ ਐਡੀ ਸਾਰੀ ਗੱਲ ਹੋਈ ਹੈ ਤੇ ਮੈਂ ਕੀ ਸਮਝਦਾ ਪਿਆ, ਮੈਂ ਕੀ ਸਮਝਾਂ ਇਹਦੇ ਵਿੱਚੋਂ। ਕਿਉਂਕਿ ਕਾਰ ਸਿੰਘ ਨੇ ਇਹ ਨਹੀਂ ਕਿਹਾ ਤੂੰ ਕਰ, ਉਹਨੇ ਕਿਹਾ ਕਾਰ ਸਿੰਘ ਦੇ ਲਈ। ਜੇ ਕਾਰ ਸਿੰਘ ਲਈ ਹੈ ਤੇ ਯਾਰ ਉਹ ਹੰਸਾਂ ਦੇਖ ਤਰਨ ਦੀਆਂ ਬੱਗਾ ਵੀ ਆਇਆ ਚਾਹੋ ਵੀ ਗੁਆਂਢੀ ਕਰਦੇ ਪਏ ਨੇ, ਮੈਂ ਵੀ ਕਰ ਲਾਂ। ਮੈਂ ਕੀ ਕਰਾਂ, ਮੈਂ ਕਿਹੜਾ ਇੰਤਜ਼ਾਮ ਕਰਾਂ। ਅਸੀਂ ਕੰਮ ਤੇ ਬੰਦੋਬਸਤ ਕਰਦੇ ਹਾਂ, ਇਨਕਮ ਟੈਕਸ ਆਇਆ ਹੋਇਆ, ਅਸੀਂ ਉਹਦਾ ਇੰਤਜ਼ਾਮ ਕਰਦੇ ਹਾਂ। ਆਰ ਸਰ ਅੰਜਾਮ, ਆਰ ਦੇ ਵਿੱਚ ਜੁੜ ਭਾਈ। ਆਹਰ ਸਭ ਕਰਦਾ ਫਿਰਿਆ, ਹਰ ਇੱਕ ਨਾ ਹੋ ਪਾਤਸ਼ਾਹ ਕਹਿੰਦੇ। ਫਿਰ ਹੁਣ ਭਵਜਲ ਕੀ ਹੈ, ਪਲੀਜ਼ ਦੱਸਿਓ ਮੈਨੂੰ। ਭਵਜਲ ਤਰਨ ਕੇ ਅਨਮਿਊਟ ਕਰੋ ਪਹਿਲੇ। मतलब इस सारी समुद्र तो बाहर निकलना। ਸੰਸਾਰ ਸਮੁੰਦਰ ਕੀ ਹੈ ਫਿਰ? ਸਾਡੇ ਮਾਇਆ ਆਪਣੇ ਮਾਇਆ ਖਿਆਲ, ਦੇ ਵਿਕਾਰਾਂ ਵਿੱਚ ਸਾਡੇ ਆਪਣੇ ਅੰਦਰ ਦੇ ਸੋਚ ਵਿਚਾਰ। ਮੈਂ ਦਰਿਆ ਦੇ ਕਿਨਾਰੇ ਤੇ ਸੈਰ ਪਿਆ ਕਰਦਾ ਤੇ ਮੈਨੂੰ ਤੁਸੀਂ ਪੁੱਛਦੇ ਹੋ ਹਾਂਜੀ ਕੈਸਾ ਲੱਗਾ ਦਰਿਆ? ਮੈਂ ਕਿਹਾ ਬਹੁਤ ਮਿੱਠਾ ਪਾਣੀ। ਮੈਂ ਚੁੱਭੀਆਂ ਲਾਈਆਂ, ਮੈਨੂੰ ਇਹ ਹਾਸਲ ਹੋ ਗਿਆ। ਤੁਸੀਂ ਕਹਿੰਦੇ ਯਾਰ ਬੇਵਕੂਫ ਬਣਾ ਰਿਹਾ ਸਾਲਾ, ਭਿੱਜਿਆ ਹੈ ਨਹੀਂ ਗਾ ਤੇ ਕਹਿੰਦਾ ਬੇਵਕੂਫ ਮੈਂ ਚੁੱਭੀਆਂ ਲਾ। ਜ਼ੈਨਿਜ਼ਮ 'ਚ ਇੱਕ ਗੱਲ ਬੜੀ ਪਿਆਰੀ ਆਉਂਦੀ ਹੈ। ਉਹ ਕਹਿੰਦੇ ਕਿ ਇੱਕ ਪਾਣੀ ਵਾਲਾ ਸੀਗਾ, ਰੇਹੜੀ ਤੇ ਪਾਣੀ ਪਿਆ ਵੇਚੇ ਬੋਤਲਾਂ 'ਚ ਭਰ ਕੇ ਤੇ ਦਰਿਆ ਦੇ ਕਿਨਾਰੇ। ਉਹਨੂੰ ਕੋਈ ਸਾਡੇ ਵਰਗਾ ਸਿਆਣਾ ਵਪਾਰੀ ਮਿਲਿਆ, ਕਹਿੰਦਾ ਪਾਗਲ ਹੋਇਆ ਤੇਰਾ ਪਾਣੀ ਕੌਣ ਖਰੀਦੇਗਾ, ਦਰਿਆ ਵਗਦਾ ਪਿਆ, ਤੂੰ ਸਾਹਮਣੇ ਇਹਦੇ ਚੋਂ ਬੋਤਲ ਭਰਦਾ ਤੇ ਇੱਥੇ ਰੱਖ ਦਿੰਦਾ ਰੇਹੜੀ ਤੇ ਤੇਰਾ ਪਾਣੀ ਕੌਣ ਖਰੀਦੇਗਾ? ਉਹ ਕਹਿੰਦਾ ਜਿਹਨੂੰ ਪਿਆਸ ਹੋਏਗੀ। ਕਹਿੰਦਾ ਦਰਿਆ ਵੀ ਵਗਦਾ ਪਿਆ, ਲੋਕ ਵੀ ਬਥੇਰੇ ਨੇ, ਪਰ ਕਹਿੰਦਾ ਪਿਆਸ ਕਿਹਨੂੰ ਹੈ? ਕਹਿੰਦਾ ਮੈਂ ਹੌਕਾ ਦੇ ਰਿਹਾ ਕਿ ਓਏ ਪਾਣੀ ਪੀ ਲਓ। ਕਹਿੰਦਾ ਮੇਰਾ ਹੌਕਾ ਉਹਨਾਂ ਨੇ ਸੁਣਨਾ ਤੇ ਉਹਦੇ ਕਰਕੇ ਉਹਨਾਂ ਨੇ ਮੇਰੇ ਕੋਲ ਬੋਤਲ ਖਰੀਦੀ। ਸਾਡਾ ਗੁਰੂ ਵੀ ਸਾਨੂੰ ਹੌਕਾ ਹੀ ਦਿੰਦਾ। ਉਹ ਕਹਿੰਦਾ ਓਏ ਆਰ ਕਰ ਰਿਹਾ, ਓਏ ਸਰੰਜਾਮ 70 ਸਾਲ ਦਾ ਹੋ ਗਿਆ ਯਾਰ, ਤੂੰ ਹਾਲੇ ਤੱਕ ਸਰੰਜਾਮ ਹੀ ਨਹੀਂ ਕੀਤਾ। ਉਂਝ ਜੇ ਅਸੀਂ ਘਰ 'ਚ ਕਿਸੇ ਦੀ ਰੋਟੀ ਕਰਨੀ ਹੋਵੇ ਤੇ ਹਫਤਾ ਪਹਿਲੇ ਅਸੀਂ ਮੈਨੂ ਜਿੱਦਣ ਓਕੇ ਕਰਦੇ ਹਾਂ ਉਸੇ ਦਿਨ ਮੈਨੂ ਬਣਾ ਲਈ।
ਕਿਉਂਕਿ ਹੌਲੀ ਹੌਲੀ ਕੰਮ ਕਰ ਲਾਂਗੇ ਨਾ, ਗਰੋਸਰੀ ਲੈ ਆਵਾਂਗੇ, ਆ ਕਰ ਲਾਂਗੇ, ਉਹ ਕਰ ਲਾਂਗੇ, ਫਿਰ ਮੇਡ ਨੂੰ ਹੀ ਬੁਲਾਉਣਾ ਹੁੰਦਾ, ਉਸ ਦਿਨ ਕੰਮ ਕਰਾਉਣਾ ਹੁੰਦਾ, ਆਲ ਕਾਈਂਡਸ ਆਫ ਅੰਜਾਮ। ਪਰ ਇੱਥੇ ਭਵਜਲ ਤਰਨ ਦਾ ਕੋਈ ਇੰਤਜ਼ਾਮ ਨਹੀਂ ਕੀਤਾ। ਪਿੱਛੇ ਪੜ ਕੇ ਆਇਆ, ਅਸੀਂ ਲਿੰਕ ਵੀ ਨਹੀਂ ਕਰਦੇ। ਆਈ ਵਿਸ਼ ਜਦੋਂ ਆਪਾਂ ਸਵਾਲ, ਮੈਂ ਜਦ ਸਵਾਲ ਪਾਣਾ ਤੇ ਮੈਂ ਸੋਚਦਾ ਵੀ ਖਰੇ ਕਿਸੇ ਨੇ ਦੁਬਾਰਾ ਦੁਹਰਾਇਆ ਹੋਏਗਾ ਸ਼ਬਦ, ਵੀ ਆਪਾਂ ਏਡੀ ਰੌਲਾ ਪਾਉਂਦੇ ਆ, ਪਰ ਪਤਾ ਨਹੀਂ। ਪਿਛਲੇ ਵਾਰੀ ਆਇਆ ਕਿ ਪੰਕਜ ਮੋਹ, ਤੇ ਮੈਂ ਪੁੱਛਿਆ ਭਵਜਲ ਕੀ ਹੈ, ਤੇ ਅਸੀਂ ਆਪਣਾ ਜਵਾਬ ਦੇ ਰਹੇ, ਪਰ ਪੰਕਜ ਮੋਹ ਸਾਨੂੰ ਪਤਾ ਹੀ ਨਹੀਂ। ਪਿੱਛੇ ਹੀ ਪੜ ਕੇ ਆਇਆ ਨਾ, ਤੇ ਸਰਵਰੜੇ ਪਹਿਲੇ ਨਿਵਾਸਾ ਪਾਣੀ ਭਾਵ, ਉਹ ਸਾਰਾ ਭਵਜਲ ਦੀ ਤੇ ਗੱਲ ਕੀਤੀ ਹੈ ਮਾਲਕ ਨੇ। And we have talked about it ਕਿ ਸਾਰਾ ਕੁਝ sequential ਹੈ ਬਈ। Try to establish something, some good connection. Find out, delve into. बुराई ਦਾ ਦਲਦਲ ਦਾ ਅੰਜਾਮ ਕਰ ਲੈ ਬਈ, ਇੰਤਜ਼ਾਮ ਕਰ ਪੁੱਤਰ। Find out, please. ਮੈਂ ਕਰਾਂ, ਮੈਂ ਤੇ ਅਨਮਿਊਟ ਹੀ ਨਹੀਂ ਕਰਦਾ। ਜੇ ਆਵਾਜ਼ ਦੇਣਗੇ ਤੇ ਕੰਗ ਜਾਇਲ ਪੈਸ। That's it. ਕੀ ਹੋ ਜਾਏਗਾ ਇਹਦੇ ਨਾਲ? Who is the loser? I have to think about it. ਇੰਤਜ਼ਾਮ ਮੈਂ ਕਰਨਾ, ਆਪ ਨਾ ਮਰੀਏ ਸਵਰਗ ਨਾ ਜਾਈਏ। ਮੇਰੇ ਗੁਆਂਢੀ ਨੇ ਨਹੀਂ ਚਲੇ ਜਾਣਾ, ਇਕੱਠਾ ਕਰਦੇ ਸਾਨੂੰ ਇੰਤਜ਼ਾਮ, ਅਸੀਂ ਇਕੱਠਿਆਂ ਕਰ ਲਈਏ, ਇਕੱਠਿਆਂ ਇੰਤਜ਼ਾਮ ਨਹੀਂ ਹੈਗਾ। ਇਹ ਇੰਤਜ਼ਾਮ ਮੇਰੀ ਜ਼ਾਤ ਦੇ ਨਾਲ ਹੈ, ਤੇ ਇਸ ਇੰਤਜ਼ਾਮ ਦੇ ਵਿੱਚ ਮੈਂ ਨਕਲ ਵੀ ਨਹੀਂ ਕਰ ਸਕਦਾ। ਸੋਚਿਆ ਕਰੀ, ਇਹ ਭਵਜਲ ਹੈ ਮੇਰਾ। ਮਨ ਕਰਕੇ, ਬਚਨ ਕਰਕੇ ਮੈਨੂੰ ਕਰਨਾ ਪਏ। ਮੈਂ ਹਾਲੇ ਤੱਕ ਮੈਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਜੇ ਮੇਰਾ ਮਨ ਨਹੀਂ ਬਦਲਿਆ ਨਾ, ਨਾਨਕ ਮਨ ਹੀ ਕੋ ਮਨ, ਇਹ ਮਨ ਮਾਰਿਆ ਨਾ ਮਰਿਆ, ਜੇ ਲੋਚੈ ਸਭ ਕੋਏ, ਨਾਨਕ ਮਨ ਹੀ ਕੋ ਮਨ ਮਾਰਸੀ, ਜੇ ਸਤਿਗੁਰ ਭੇਟੈ। ਮਨ ਰਾਜਾ, ਮਨ ਤੇ ਮਾਨਿਆ। ਪਰ ਮੇਰਾ ਕੀ ਹਾਲ ਹੈ ਕਿ ਰਾਜਾ ਬਾਲਕ, ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰ। ਪਾਤਸ਼ਾਹ ਨੇ ਗੁਰ ਕੀ ਬਾਣੀ ਗੁਰ ਤੇ ਜਾਤੀ, ਹਰ ਇੱਕ ਗੱਲ ਦਾ ਸਵਾਲ ਵੀ ਤੇ ਜਵਾਬ ਵੀ ਬਾਣੀ ਚੋਂ ਅਸੀਂ ਲੱਭ ਸਕਦੇ ਹਾਂ। ਪਰ ਜੋ ਖੋਜੇ ਸੋ ਪਾਏ ਹੈ ਨਾ, ਸਰੰਜਾਮ ਲਾਗ ਭਵਜਲ ਤਰਨ ਕੀ। ਸੋ ਮੈਂ ਐਡੀ ਵੱਡੀ ਮਤਲਬ ਮੈਨੂੰ ਏਦਾਂ ਸਮਝ ਆਉਂਦਾ ਕਿ ਵੀ ਕੈਨ ਸਪੈਂਡ ਦਾ ਹੋਲ ਟਾਈਮ ਔਨ ਸਰੰਜਾਮ। ਹਰ ਸਵੇਰ ਉੱਠਦੇ ਹਾਂ ਤੇ ਸਰੰਜਾਮ ਸਾਡਾ ਸ਼ੁਰੂ ਹੋ ਜਾਣਾ ਚਾਹੀਦਾ, ਤੇ ਰਾਤ ਤੱਕ ਸਾਡਾ ਇੰਤਜ਼ਾਮ ਚੱਲਣਾ ਚਾਹੀਦਾ। ਫਿਰ ਸਵੇਰੇ, ਕਿਉਂਕਿ ਇਹ ਐਂਡਲੈਸ, ਉਂਝ ਕੀ ਹੈ ਜਨਮ ਬਿਰਥਾ ਜਾਤ ਰਨ। I don't agree with that. My life is going in vain. ਤੇ ਫਿਰ ਮੈਂ ਫਟਾਫਟ ਸਿਆਣਾ ਬਣ ਕੇ, ਤੇ ਫਿਰ ਮਾਇਆ ਵੀ ਤਾਂ ਚਾਹੀਦੀ ਹੈ ਨਾ। ਘਸਿਆ ਪਿਟਿਆ ਸਵਾਲ ਅਸੀਂ ਕਰੀ ਜਾਂਦੇ ਪਏ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਬਿਲਕੁਲ ਕਲੈਰਿਟੀ ਦੇ ਨਾਲ ਜਵਾਬ ਦਿੱਤਾ। ਸਾਡੀ ਤਸੱਲੀ ਨਹੀਂ ਹੋਈ ਕਿ ਇਹ ਮਾਇਆ ਜੇ ਥਰ ਵਿਸਰੇ ਮੋਹ ਜੇ ਭਾਵ ਦੂਜਾ ਲੈ, ਉਹਦੇ ਨਾਲ ਸਾਡੀ ਤਸੱਲੀ ਨਹੀਂ ਹੋਈ। ਇਸ ਕਰਕੇ ਗੁਰੂ ਸਾਹਿਬ ਨੇ, ਉਹਨਾਂ ਨੂੰ ਪਤਾ ਹੈ ਇਹ ਬੜੇ ਅਖੜ ਬੰਦੇ ਨੇ ਬੱਚੇ ਮੇਰੇ, ਨਹੀਂ ਸੁਣਦੇ, ਇਸ ਲਈ ਗੱਲ ਕਰਦੇ। ਕਹਿੰਦੇ ਜਨਮ ਬਿਰਥਾ ਜਾ।
ਹੁਣ ਕਹਿੰਦੇ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਪਹਿਲੀ ਗੱਲ ਹੈ ਇਟ ਇਜ਼ ਜਸਟ ਲਾਈਕ ਕਿ ਮੈਂ ਜਿਹੜਾ ਇਨਵੀਟੇਸ਼ਨ ਹੈ ਫੀਸਟ ਦਾ ਜਾਂ ਜਿਹੜਾ ਫੰਕਸ਼ਨ ਦਾ ਉਹ ਡਿਸਾਈਡ ਕਰ ਰਿਹਾ। ਡੂ ਆਈ ਐਗਰੀ ਵਿਦ ਇਟ? ਦਿਸ ਇਜ਼ ਦਾ ਹਾਈ ਟਾਈਮ that I need to be in one. ਮੈਂ ਸਚਿਆਰ ਬਣਨਾ ਹੀ ਬਣਨਾ। ਕੋਈ ਏਦਾਂ ਦੀ ਗੱਲ ਕੀਤੀ ਅਸੀਂ ਕਿ ਇੱਧਰ ਹੋ ਜਾਏ ਉੱਧਰ ਹੋ ਜਾਏ, ਮੈਂ ਸਚਿਆਰ ਬਣਨਾ। ਜੇ ਮੈਂ ਸਚਿਆਰ ਬਣਨਾ ਤੇ ਫਿਰ ਮੈਂ ਸਾਥ ਕਿੱਥੇ ਲੱਭਾਂਗਾ? ਸਾਥ ਕੇ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ। ਦੁਨਿਆਵੀ ਪੱਧਰ ਤੇ ਵੀ ਸਾਥ ਨਹੀਂ ਰੱਖਣਾ ਤੇ ਮਾਨਸਿਕ ਪੱਧਰ ਤੇ ਵੀ ਸਾਥ ਨਹੀਂ ਰੱਖਣਾ। ਸਰੀਰਕ ਤਲ ਤੇ ਵੀ ਸਾਥ ਨਾ ਲਈ ਕਿਸੇ ਨੂੰ, ਤੇ ਮਾਨਸਿਕ ਤਲ ਤੇ ਵੀ ਸਾਥ ਨਾ ਲਈ। ਮਾਨਸਿਕ ਤਲ ਤੇ ਕੌਣ ਹੈ ਸਾਥ? ਮੇਰੇ ਸਾਰੇ ਉਹ 5 ਸਾਥੀ ਜਿਹੜੇ ਨੇ ਨਾਲ ਲੈ ਆਇਆ। ਤੇ ਸਰੀਰਕ ਤਲ ਤੇ ਦੇਰ ਹੋ ਗਈ, ਇਹ ਦੇਰ ਕਰ ਦਿੰਦੀ ਹੈ ਹਮੇਸ਼ਾ, ਜਾਂ ਇਹ ਦੇਰ ਕਰਾ ਦਿੰਦੇ ਨੇ, ਮੈਂ ਤੇ ਤਿਆਰ ਹੋ ਕੇ ਬੈਠੀ ਹੁੰਦੀ ਹਾਂ। ਸਾਥ ਨਾ ਲੀਜੇ ਕੋਈ, ਇਹ ਵੀ ਅੰਜਾਮ ਹੈ। ਜਿੰਨੀਆਂ ਗੱਲਾਂ ਕਰਨੀਆਂ ਨੇ ਸਾਰੀਆਂ ਸਰੰਜਾਮ। I have to list it out. ਅਵਰ ਕਾਜ ਤੇਰੇ ਕਿਤੇ ਨਾ ਕੰਮ। ਹੁਣ ਕਿਹੜੇ ਕੰਮ ਦੀ ਗੱਲ ਕਰ ਰਹੇ ਨੇ? ਰੰਗ ਮਾਇਆ ਕਿ ਕਿਹੜਾ ਹੋਇਆ ਭਲਾ? ਮਾਇਆ ਦਾ ਰੰਗ ਸੋਚਿਆ ਮੈਂ ਕਦੀ? ਉਹ ਮੈਨੂੰ ਇੱਕ ਗੱਲ ਚੇਤੇ ਆਉਂਦੀ ਹੈ, ਪਾਤਸ਼ਾਹ ਦੀ ਉਹ ਹੈਗਾ, ਸੌਰੀ, ਹਾਂ, ਪੇਜ ਹੈਗਾ 1196। ਪਾਤਸ਼ਾਹ ਕਹਿੰਦੇ ਨੇ ਲੋਭ ਲਹਿਰ ਅਤ ਨੀਜਰ ਬਾਜ। ਹੁਣ ਇਸ ਸਮੁੰਦਰ ਦੇ ਵਿੱਚ ਮੈਨੂੰ ਲੋਭ ਦੀਆਂ ਲਹਿਰਾਂ ਆ ਰਹੀਆਂ ਨੇ। ਦਲਦਲ ਕਿਹੜੀ ਕਿਹੜੀ ਦਲਦਲ ਹੈ ਮੇਰੀ? ਕੈਨ ਯੂ ਇਮੈਜਿਨ? ਲੋਭ ਲਹਿਰ ਅਤ ਨੀਜਰ ਬਾਜ। ਇਹ ਨੀਚਰ ਹੁੰਦਾ ਸਪਰਿੰਗ ਫਾਲ, ਯੂ ਨੋ, ਫਾਊਂਟੇਨ, ਪਹਾੜੀ ਨਦੀ। ਹੁਣ ਮੇਰੇ ਅੰਦਰ ਪਹਾੜੀ ਨਦੀ ਦੇ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ। ਪਹਾੜੀ ਨਦੀ ਕਿਧਰੋਂ, ਉਹਦਾ ਇਜਾਦ ਨਹੀਂ ਹੈਗਾ, ਓਰੀਜਿਨੇਸ਼ਨ ਪਤਾ ਨਹੀਂ ਹੁੰਦੀ। ਕਹਿੰਦੇ ਮੇਰੇ ਅੰਦਰੋਂ ਵੀ ਨਾ ਇਹ ਲੋਭ ਦੀ ਲਹਿਰ ਆ ਜਾਂਦੀ, ਇਹ ਝੂਠ ਦੀ ਲਹਿਰ ਆ ਜਾਂਦੀ। ਹੋਰ ਤੇ ਹੋਰ ਐਵੇਂ ਹੀ ਮਾਰ ਦਿੰਨੇ ਆ। ਅਟੈਚਮੈਂਟ ਦੀ ਲਹਿਰ ਆ ਜਾਂਦੀ ਹੈ ਐਵੇਂ ਹੀ। ਇਹ ਜਿਹੜੀ ਅੱਜ ਸਵੇਰੇ ਆਪਾਂ ਸਵੇਰੇ ਮੀਨਸ ਜਿਹੜੀ ਕਲਾਸ ਦੇ ਸ਼ੁਰੂ ਚ, ਇਹ ਐਵੇਂ ਹੀ ਹੈ। ਤਾਂ ਹੀ ਮੈਂ ਕਿਹਾ ਛੇਤੀ ਇਹਨੂੰ ਗੱਲ ਆਪਾਂ ਕਾਹਨੂੰ ਕਰਨੀ ਹੈ। ਠੀਕ ਹੈ, ਖੁਸ਼ੀ ਹੁੰਦੀ ਕਿਸੇ ਨੂੰ, ਖੁਸ਼ੀ ਹੋ ਜਾਏ, ਚੱਲ ਵੀ ਰਵਦੀਪ ਸਿੰਘ ਤੂੰ ਫਿਰ ਉਹਦਾ ਵੀ ਕੀ ਜਾਣਾ, ਉਹਨੇ ਕਲਿੱਕ ਹੀ ਕਰਨਾ, ਚੱਲ ਵੀ ਐਕਸਲ ਚ ਉਹਨੇ ਚੇਂਜ ਕਰ ਦੇਣਾ ਕੰਮ। ਸੋਚਾਂ ਮੈਂ ਯਾਰ, ਇਹ ਮੇਰੀ ਦਲਦਲ ਹੈ, ਕਹਿੰਦਾ ਪਿਆ ਮੈਂ ਦਲਦਲ ਚੋਂ ਬਚਣਾ ਹੈ ਤੇ ਕਰੀ ਮੈਂ ਉਹੀ ਜਾਣਾ। ਅੱਛਾ ਮਜ਼ੇ ਦੀ ਗੱਲ ਹੈ, ਉਹ ਭੈਣ ਮੇਰੀ ਹਰਜੀਤ ਜੀ, ਅਲਾਓ ਮੀ ਟੂ ਸੇ ਪਲੀਜ਼, ਤੁਸੀਂ ਜਿਹੜਾ ਸ਼ਬਦ ਮਾਲਕ ਨੇ ਤੁਹਾਡੇ ਕੋਲੋਂ ਕਢਾਇਆ ਨਾ, ਤੁਸੀਂ ਆਪਣੀ ਸਟੇਟਮੈਂਟ ਦੇ ਵਿੱਚ ਉਹਨੂੰ ਸੁਣਿਆ ਨਹੀਂ। I'm very pertinent when I say whatever you said earlier, I mean 5 minutes ago, ਜਦੋਂ ਤੁਸੀਂ ਸ਼ੁਰੂਆਤ ਕੀਤੀ ਤੇ ਮਾਲਕ ਨੇ ਤੁਹਾਨੂੰ ਸ਼ੁਰੂਆਤ ਕਿਹੜੀ ਦਿੱਤੀ? ਕੀ ਬਾਤ। ਤੇ ਫਿਰ ਮੈਂ ਕਹਿਣਾ ਕਿ ਮੇਰੀ ਦਲਦਲ ਸਰੰਜਾਮ, ਦੋ ਹੀ ਗੱਲਾਂ ਕਰ ਰਹੇ ਹਾਂ ਅਸੀਂ। ਗੱਲ ਪਹਿਲੇ ਸਰੰਜਾਮ ਸ਼ੁਰੂ ਕੀਤਾ ਸੀ, ਹੁਣ ਦਲਦਲ ਦੀ ਗੱਲ ਹੋ ਰਹੀ। ਅਤ ਨੀਜਰ,
अत दी टू मच ते की हो रहा है काया डूबे केसवा इत्थे काया की है भला मेरी शरीर है लोभ दे विच क्रोध दे विच अटैचमेंट दे विच पंजे जड़े ने इन्हां च मेरा शरीर डुबदा की डुबदा मेरा मान Here we go सारे बोलिया करो फटाफट थैंक यू मन डुबदा पिया काया दा मतलब इत्थे की है मन क्योंकि लोभ दे विच मेरा शरीर थोड़ी है सो मेरा मन डुबदा पिया लोभ लहर अत नीजर बाजै काया डूबे केसवा संसार समुंदे तार गोबिंदे उतारेगा तार ले बाबू वीरला आई एम सो प्राउड पर की मैं कही जावांगा तो उतार लेगा कि मैं भी हाथ पैर मारा सरंजाम करा के ना जे उन्हें तारना है तो सरंजाम क्यों करा रहा मेरे को कि मालक कंफ्यूसिव है आई हैव टू अंडरस्टैंड दैट अनिल बेड़ा हाउ खेव ना साकू अनिल की है जी है मेरा ब्रेथ तू कौन है कहना मैं अमरजीत सिंह हाँ नहीं तू कौन है कहता जी मैं एक दमी है ये बड़ा भगत हो गया यार क्यों एक दमिया क्यों कि ऐसा अंदर आया पता नहीं बाहर जाना कि नहीं ऐ मेरी औकात है अनिल बेड़ा ऐ जड़ा हवा दा बेड़ा है ना मैं खेव ना सकूं आई कैंट हैंडल तेरा पार ना पाया भी ते तू है देख इन्ने साल मैनू दिते हुए की करा मैं कि मैं इस अनल बेड़े नू खेव सका सरंजाम है ना प्लानिंग प्रोजेक्शन हो दयाल सतगुर मेल तू मौको मालका मैनू गुरु मिला दे पार उतारे केस पर मैनू पार लै जाए ऐस अनिल बेड़े तो आई शुड बी ट्रेन्ड टू सबजुगेट हाउ टू कंकर दिस क्यों लीजिए गढ़ बंका पाई मैं इस किले नू किवें फतेह कर लूं हुण कहंदे भी गुरु मिला दे कि मैं अपनी गल करा कि मैनू गुरु मिलिया कि नहीं हाले तुसीं अपने आप नू पुछो नामा कहे हो तरपी ना जानो मोको बांह दे बिठला मैं नहीं कर सकती हुण जदों बिठला बांह दिंदा ते मैं अपनी सुस्ती भन रहा हुन्ना या मैं अनफोकस्ड हुन्ना कि हर पढ़ हर लिख कहंदा तू पार होना मैं कर दिंदा मिनट च हर जप हर गाओ करते सही सिर्फ और सिर्फ अपने आप को फोकस कर 1 मिनट ਲਈ कि मैं इस मिनट ਦੇ ਵਿੱਚ कोई होर सोच नहीं लियानी शरीर मेरा स्थिर हो जाए ਤੇ ਫਿਰ ਦੇਖ ਕਿਦਾਂ ਹੁੰਦਾ ਤੇ ਪਾਸ਼ਾ ਕਹਿੰਦੇ ਨੇ ਇੱਕ ਥਾਂ ਤੇ ਝੜ ਝੱਖੜ ओहाड़ लहरी लहन बखेसरी इस समुंदर दे विच विकारां दियां झड़ियां लगियां झक्खड़ झुलदे पे स्टॉर्म
ਹੜ ਆਉਂਦੇ ਪਏ ਨੇ, ਫਲੱਡਸ, ਇੰਨੀਆਂ ਰੋਕਾਂ ਪੈ ਰਹੀਆਂ, ਸੌਖਾ ਨਹੀਂ। ਹੁਣ ਝੱਖੜ ਆ ਰਿਹਾ ਹੈ, ਤੂਫਾਨ ਆ ਰਿਹਾ ਹੈ, ਹੜ ਪਿਆ ਆਉਂਦਾ ਹੈ, ਇੰਤਜ਼ਾਮ ਕਰੇਗਾ ਕਿ ਨਹੀਂ? ਔਰ ਮਜ਼ੇ ਦੀ ਗੱਲ ਹੈ ਕਿ ਕਿਧਰੇ ਜਾਣਾ ਨਹੀਂ, ਹੋਮ ਡਿਪੋ ਤੋਂ ਲੈ ਕੇ ਸੈਂਡ ਬੈਗ ਲਿਆਓ, ਕੱਖ ਨਹੀਂ ਕਰਨਾ। ਬਿੰਦ ਕੁ ਥੋੜੀ ਕੁ ਦੇਰ ਤੂੰ ਟਿਕ ਕੇ ਬੈਠ, ਅੰਦਰ ਵੜ ਤੇ ਬੰਦੋਬਸਤ ਸ਼ੁਰੂ ਹੋ ਗਿਆ ਤੇਰਾ। ਇੰਨੀ ਤੇ ਗੱਲ ਹੈ ਯਾਰ, isn't it? Are we at the same page? Do we have any question? No. ਇਹ ਕਰਨਾ ਸੀ ਮੈਂ, ਸਤਿਗੁਰ ਸਿਉ ਆਲਾਏ, ਬੇੜੇ ਡੁੱਬਨ ਨਾ ਪਾਓ। ਜੇ ਤੂੰ ਆਪਣੀ ਬੇੜੀ ਬਚਾਣਾ ਚਾਹੁੰਦਾ ਤੇ ਗੁਰੂ ਦੇ ਕੋਲ ਅਲਾਏ ਪੁਕਾਰ ਕਰ, ਤੇ ਤੇਰੀ ਬੇੜੀ ਇਸ ਸਮੁੰਦਰ ਚੋਂ ਤਾਰ ਲੈ ਬਾਪ ਵੀਠਲਾ। ਹੁਣ ਕਹਿ ਕੇ ਹਟਿਆ ਨਾ, ਫੇਰ ਸਾਰਾ ਖਤਰਾ ਤੇਰਾ ਟਲ ਜਾ। ਇਹ ਸ਼ਲੋਕ 12 ਤੇ ਵਧੀਕ ਦੇ ਵਿੱਚ 1410 ਅੰਕ ਤੇ ਹੈ। ਕਬੀਰ ਸਾਹਿਬ ਕਹਿੰਦੇ, ਹੁਣ ਕਹਿੰਦੇ ਵੀ ਜਨਮ ਬਿਰਥਾ ਜਾਤ ਰੰਗ ਮਾਇਆ ਕੀ। Do I agree? ਨਹੀਂ ਮੈਂ ਤੇ ਸੇਵਾ ਕਰਦਾ, ਮੈਂ ਤੇ ਇਹ ਕਰਦਾ, ਮਤਲਬ ਅਸੀਂ ਸਾਰਿਆਂ ਨੇ ਗਿਣਤੀਆਂ ਆਪਣੀਆਂ ਰੱਖੀਆਂ ਹੋਈਆਂ ਨੇ, ਸੈਲਫ ਪੈਟਿੰਗ ਸਿਸਟਮ ਰੱਖਿਆ ਹੋਇਆ। No, I have to get actualization and endorsement from the Gurbani. ਭਾਸ਼ਾ ਕਹਿੰਦੇ ਆ कबीर, माया तजी तो क्या हुआ, माया तजी तो क्या भया, जो मान तजिया ना जाए। ਅਸੀਂ ਸਤੋਂ ਗੰਦੀਆਂ ਗੱਲਾਂ ਬਹੁਤ ਕੀਤੀਆਂ ਸੀ ਜਪਜੀ ਦੇ ਵਿੱਚ। ਕਬੀਰ ਮਾਇਆ ਤਜੀ, ਹੁਣ ਕੀ ਮਾਇਆ ਤਜੀ ਦਾ ਮਤਲਬ ਕਿ ਮੈਂ ਦਾਨ ਪੁੰਨ ਸਾਰਾ ਛੱਡ ਦਿਆਂ? ਚਲੋ ਪੈਸੇ ਦਾ ਤੇ ਦਾਨ ਦੇ ਦਿਆਂਗਾ, ਅਟੈਚਮੈਂਟ ਦਾ ਦਾਨ ਕਿਵੇਂ ਦਿਆਂ? ਲਾਲਚ ਦਾ ਦਾਨ ਕਿਵੇਂ ਦਿਆਂ? ਹੰਕਾਰ ਦਾ ਕਿਵੇਂ ਕਰਾਂ? ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ। ਹੁਣ ਮਾਨ, ਮਾਨ ਕੀ ਹੈ ਭਲਾ? ਮੈਂ ਪਾਠ ਕਰ ਰਿਹਾ, ਮੈਨੂੰ ਸਮਝ ਆ ਗਈ, ਇਹ ਮਾਨ ਹੈ। ਜਦੋਂ ਮੈਂ ਸਾਰਾ ਕੁਝ ਛੱਡ ਦਿੱਤਾ, ਮੈਨੂੰ ਕੋਈ 20 ਸਾਲ ਪੁਰਾਣੀ ਗੱਲ ਯਾਦ ਆਉਂਦੀ ਹੈ, I don't want to name the person, ਕਿ ਜੀ ਕਹਿੰਦੇ ਜੀ ਦੇਖੋ ਜੀ, ਹੋਰ ਆਪਣਾ ਹਉਮੈ ਰਹੀ ਕੋਈ ਨਹੀਂ, ਹੰਕਾਰ ਖਤਮ ਹੋ ਗਿਆ, ਤੇ ਲੋਭ ਤੇ ਇਹ ਉਂਗਲਾਂ ਤੇ ਗਿਣਾ ਗਿਣਾ ਕਹਿੰਦੇ ਜੀ ਮੁੱਕ ਗਈ ਕਹਾਣੀ ਸਾਡੀ। I can't forget that. Sometimes we take life so easy. ਇਹ ਕਹਿਣਾ ਵੀ ਜਿਹੜਾ ਏ, ਇਹ ਹਾਲੇ ਵੀ ਮੈਂ ਉੱਥੇ ਹੀ ਖੜੋਤਾ, ਕਿਉਂਕਿ ਮੈਂ ਇਹ ਕਹਿਣ ਦੇ ਵਿੱਚ ਜੋ ਕੁਝ ਪੋਜ਼ੈਸ ਕਰ ਰਿਹਾ ਉਹ ਵੀ ਛੱਡਣਾ ਸੀ। ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਲੈ ਮੈਂ ਕੋਈ ਐਕਸੈਪਸ਼ਨ? I have to be, ਹੁਣ I have to be careful ਕਿ ਮੈਨੂੰ ਕਿਧਰੇ ਮਾਨ ਖਾ ਨਾ ਜਾਵੇ। ਤੇ if I am careful, is it does it come under saranjam? Yes, no, should be. So ਏਦਾਂ ਮੈਂ ਸੋਚਣਾ ਸੀ। ਅੱਛਾ, ਹੁਣ ਪਾਤਸ਼ਾਹ ਕਹਿੰਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਐਵੇਂ ਇੱਕ ਮਤਲਬ ਇੱਕ another way to look at
गोबिंद मिलन की तरी परमजीत जी की मैंने जी ਵਾਹਿਗੁਰੂ ਨਾਲ ਮਿਲਣ ਦੀ ਇਹ ਤੇਰੀ ਵਾਰੀ ਹੈ ਨਾ। ਹੁਣ ਗੁਰਬਾਣੀ ਚ ਕਹਿੰਦੇ ਪਏ ਨੇ ਕਿ ਤੇਰਾ ਹੀ ਟਾਈਮ ਹੈ, ਤੇ ਫਿਰ ਹੋ ਗਿਆ ਮਿਲਣ। ਫਿਰ ਕਲਾਸ ਦਾ ਟਾਈਮ ਹੈ, ਰਾਈਟ, ਤੇ ਅਸੀਂ ਲੌਗਇਨ ਕਰਾਂਗੇ ਨਾ। तो जे पानी कह रही है कि गोविंद मिलन की तेरी बरिया, ते होगी मेरी मिलनी हो गई है मेरी, नहीं हुई। की कहूंगा, की जवाब होना चाहिए? इंतजाम नहीं नहीं नहीं, मतलब नहीं अंजाम की अच्छा मैं इंतजाम कर रहा मिलन का, टेंट टुंट लवा रहे हैं हम, कर साजन आए करा रहे हैं। सवाल यह कि क्यों नहीं होया? तू इंतजाम भी कर रहे हैं, तू दलदल चो निकलन दी तू अवेयरनेस भी है, क्यों नहीं होया? कितनी बारी है कि इस शब्द पढ़दे मैनू यह सवाल आया होवे कि मिले क्यों नहीं मिले? तो पता बाणी च की गया, कहते ऐदा मिल जाएगा। पातशाह कहते ने आज मिलावा शेख, कहते आज ही लै, राइट नाउ आज मिलावा शेख फरीद टाकिम कुंजड़ियां मनो मचिंदड़ियां। आज का मतलब है ऐसे जन्म च, राइट नाउ, इट्स ईदर नाउ और नेवर। You can meet right now. पर करना की है तू? टाकिम कुंजड़ियां जड़ियां ने ना, टाकिम मैंने होल्ड them, stop them। टाकिम कुंजड़ियां काबू कर, कंट्रोल कर। टाकिम ते कुंजड़ियां वो चीज़ां जड़ियां the thoughts, the little molecular thoughts that chirp like a bird, कुंजा कहते ओनू रोक। वो की कर दियां ने? टाकिम टाकिम नू कुंजड़ियां नू तू रोक ले, क्यों कुंजा की कर रही ने? मनो मचिंदड़ियां।